ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਉਹੀ ਵੇਲਾ ਹੋ ਚੱਲਿਆ ਜਦੋਂ ਅਸੀਂ ਜੱਜ ਦਾ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਮੰਥਨ ਜੀ ਨਾਲ ਨੇ ਤੇ ਮੌਸਮ ਦੀ ਹਾਲ ਬਿਆਨੀ, ਖਬਰਾਂ ਦੇਸ਼ ਵਿਦੇਸ਼ ਦੀਆਂ ਤੇ ਬਹੁਤ ਸਾਰਾ ਕੁਝ ਆ ਜਿਹੜਾ ਉਹ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ? ਬਹੁਤ ਵਧੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ। ਤੇ ਗਰਮੀ ਕਿਵੇਂ ਚੱਲ ਰਹੀ ਹੈ? ਜਿੰਨਾ ਚਿਰ ਮੈਂ ਇੱਥੇ ਆਉਣਾ ਨਾ ਉਨੀ ਦੇਰ ਤੱਕ ਜ਼ਿੰਦਾਬਾਦ ਹੀ ਆ। ਵਾਹ, ਜਿਸ ਦਿਨ ਨਾ ਆਇਆ ਮਤਲਬ ਜ਼ਿੰਦਾਬਾਦ ਨਹੀਂ। ਇਹ ਕੀ ਗੱਲ ਹੋਈ ਜਾਂ ਮੇਰੇ ਵਿਚਾਰ ਬਦਲ ਗਏ। ਅਸੀਂ ਨਾ ਅਸੀਂ ਵਿਚਾਰ ਬਦਲਣ ਦਿਆਂਗੇ ਤੇ ਨਾ ਹੀ ਅਸੀਂ ਇਦਾਂ ਦੀ ਕੋਈ ਗੱਲ ਸੁਣਾਂਗੇ। ਅਸੀਂ ਚਾਹੁੰਦੇ ਆ ਤੁਸੀਂ ਸਦਾ ਹੀ ਜ਼ਿੰਦਾਬਾਦ ਰਹੋ। ਮਿਹਰਬਾਨੀ। ਤੇ ਬਾਕੀ ਮੌਸਮ ਦੱਸ ਦਿਓ, ਗਰਮੀ ਕਿਵੇਂ ਹੈ? ਗਰਮੀ ਪੂਰੀ ਹੈ ਨਾ? 39 ਡਿਗਰੀ, ਇੱਕ ਘੱਟ 40 ਡਿਗਰੀ ਕੱਲ ਤਾਪਮਾਨ। ਓਏ ਹੋਏ, ਅੱਜ ਵੀ ਤੜਕੇ ਪੂਰੀ ਤਿੱਖੜ ਧੁੱਪ, ਦੁਪਹਿਰਾ ਲਿਸ਼ਕਦਾ ਲਿਸ਼ਕੂਰਾ ਮਾਰਦਾ ਸੂਰਜ, ਸੂਰਜ ਦੀ ਟਿੱਕੀ ਵਰਾਉਂਦੀ ਅੱਗ। ਤੇ ਮੌਸਮ ਵਿਭਾਗ ਕਹਿੰਦਾ ਵੀ ਐਂ ਹੀ ਰਹੂਗਾ 72 ਘੰਟੇ। ਅੱਛਾ ਜੀ, ਹਾਂ ਠੀਕ ਹੈ। ਤੇ ਚੱਜ ਦਾ ਵਿਚਾਰ ਦੱਸ ਦਿਓ। ਦੇਖੋ ਵੀ ਚੱਜ ਦਾ ਵਿਚਾਰ ਅੱਜ ਨਾ ਬੜਾ ਸਮਝਣ ਵਾਲਾ ਜੀ, ਤੇ ਇਹਨੂੰ ਬੰਦੇ ਦੇ ਨਾਲ ਜੋੜ ਕੇ ਜੇਕਰ ਦੇਖੀਏ ਤਾਂ ਬਹੁਤ ਵੱਡੇ ਅਰਥ ਨਿਕਲਦੇ ਆ। ਕਹਿੰਦੇ ਵੀ ਇੱਕ ਵਾਰ ਹੀਰਿਆਂ ਦਾ ਇੱਕ ਵਪਾਰੀ ਸੀਗਾ ਤੇ ਉਹਦੇ ਸ਼ੋਰੂਮ ਦੇ ਵਿੱਚ ਉਹਦੀ ਵੱਡੀ ਦੁਕਾਨ ਦੇ ਵਿੱਚ ਚੂਹੇ ਵੜ ਗਏ ਤੇ ਇੱਕ ਹੀਰਾ ਨਾ ਚੂਹੇ ਨੇ ਖਾ ਲਿਆ। ਓਹੋ। ਉਸ ਤੋਂ ਬਾਅਦ ਕਰੋੜਾਂ ਰੁਪਏ ਦਾ ਹੀਰਾ ਤੇ ਬਾਅਦ ਦੇ ਵਿੱਚ ਉਹਨੇ ਨਾ ਸ਼ਿਕਾਰੀ ਮੰਗਵਾਇਆ ਵੀ ਚੂਹਾ ਫੜਨ ਦੇ ਲਈ। ਜਿਹੜਾ ਬੰਦਾ ਇਸ ਕੰਮ 'ਚ ਮੁਹਾਰਤ ਰੱਖਦਾ ਸੀਗਾ ਉਹ ਆਇਆ ਤੇ ਉਹਨੇ ਆਉਣ ਸਾਰੀ ਚੂਹਾ ਇੱਕ ਫੜ ਲਿਆ। ਕਹਿੰਦਾ ਵੀ ਇਹਨੇ ਖਾਦਾ। ਉਹ ਵਪਾਰੀ ਕਹਿੰਦਾ ਇੰਨੇ ਚੂਹੇ ਇੱਥੇ ਫਿਰਦੇ ਆ ਤੇ ਕਹਿੰਦਾ ਤੂੰ ਪੈਂਦੀ ਸੱਟੇ ਕਿਵੇਂ ਦੇਖ ਲਿਆ ਵੀ ਇਹਦੇ ਢਿੱਡ ਦੇ ਵਿੱਚ ਹੀਰਾ? ਕਹਿੰਦਾ ਦੇਖ ਵੀ ਬਾਕੀ ਸਾਰੇ ਜਣੇ ਝੁੰਡ ਬਣਾ ਕੇ ਉਧਰ ਬੈਠੇ ਆ, ਇਹ ਇਕੱਲਾ ਇੱਧਰ ਫਿਰਦਾ। ਜਦੋਂ ਕਿਸੇ ਮੂਰਖ ਬੰਦੇ ਦੇ ਹੱਥ ਦੇ ਵਿੱਚ ਧਨ ਆ ਜੇ ਨਾ, ਉਹ ਆਪਦੇ ਦੋਸਤਾਂ ਮਿੱਤਰਾਂ ਤੇ ਸਕੇ ਸੰਬੰਧੀਆਂ ਤੋਂ ਪਾਸਾ ਵੱਟਦਾ ਪਹਿਲਾਂ ਤੇ ਪੈਂਦੀ ਸੱਟੇ ਮੈਨੂੰ ਫੜ ਲਿਆ। ਵਾਹ ਵਾਹ, ਕੀ ਬਾਤ ਹੈ ਰਾਣਾ ਸਾਹਿਬ। ਵਾਕਈ ਇਸ ਚੱਜ ਦੇ ਵਿਚਾਰ ਤੋਂ ਬਹੁਤਿਆਂ ਨੂੰ ਕੁਝ ਸਿੱਖਣਾ ਚਾਹੀਦਾ ਹੈ। ਬਹੁਤੇ ਕਿ ਸਾਰਿਆਂ ਨੂੰ ਹੀ ਸਿੱਖਣਾ ਚਾਹੀਦਾ ਹੈ, ਕਿਉਂਕਿ ਧਨ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਡੇ ਅੰਦਰ ਕਦੋਂ ਘਮੰਡ ਲੈ ਆਵੇ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ। ਅਸੀਂ ਫਿਰ ਆਪਣੇ ਆਪ ਨੂੰ ਤਾਂ ਬਹੁਤ ਫੰਨੇ ਖਾਂ ਸਮਝਣ ਲੱਗ ਜਾਂਦੇ ਆ ਵੀ ਜੋ ਮੈਨੂੰ ਬੁੱਧੀ ਆ, ਜੋ ਮੈਨੂੰ ਅਕਲ ਆ, ਜੋ ਮੈਂ ਕਰ ਸਕਦਾ, ਉਹ ਤਾਂ ਕਿਸੇ ਤੋਂ ਹੋਣਾ ਹੀ ਨਹੀਂ। ਪਰ ਇੱਕ ਗੱਲ ਹੋਰ ਵੀ ਹੈ, ਇਹ ਚੀਜ਼ਾਂ ਬਹੁਤਾ ਚਿਰ ਟਿਕਦੀਆਂ ਨਹੀਂ ਹੁੰਦੀਆਂ। ਬਿਲਕੁਲ ਜੀ, ਧਨ ਤਾਂ ਆਉਣ ਜਾਣ ਵਾਲੀ ਚੀਜ਼ ਆ ਤੇ ਕੋਈ ਪਤਾ ਨਹੀਂ ਜਿਹੜਾ ਕੁਝ ਤੁਹਾਡੇ ਕੋਲੇ ਹੈ ਉਹ ਵੀ ਗਿਆ ਤੇ ਜਿੱਥੇ ਰਹਿੰਦੇ ਆ ਉਹ ਵੀ ਕਦੋਂ ਵੇਚਣਾ ਪੈ ਜੇ, ਕਿੱਥੋਂ ਵਿਆਜੂ ਪੈਸੇ ਫੜਨੇ ਪੈ ਜਾਣ। ਇਹਦਾ ਕੋਈ ਭਰੋਸਾ ਨਹੀਂ। ਕੋਈ ਮਾਣ ਨਾ ਕਰੋ। ਆ ਸਰੀਰ ਦਾ ਕੀ ਪਤਾ ਕਦੋਂ ਬੰਦਾ ਪੈਂਚਰ ਹੋ ਜੇ, ਕਦੋਂ ਬੰਦਾ ਢਿੱਲਾ ਮੱਠਾ ਹੋ ਜੇ, ਘਰ ਦੇ ਵਿੱਚ ਕੀ ਲੋੜ ਨਿਕਲ ਆਵੇ, ਕੋਈ ਹਬੀ ਨਬੀ ਕੁਛ ਇਹੋ ਜਿਹਾ ਵਾਪਰ ਜੇ, ਪਤਾ ਕੋਈ ਨਹੀਂ ਹੁੰਦਾ। ਇਸ ਕਰਕੇ ਪੈਸੇ ਦਾ ਮਾਣ ਨਾ ਕਰੋ। ਪੈਸਾ ਕਾਂ ਬਨੇਰੇ ਦਾ, ਕਦੇ ਐਸ ਬਨੇਰੇ ਤੇ ਕਦੇ ਔਸ ਬਨੇਰੇ ਤੇ। ਵਾਹ ਵਾਹ, ਕੀ ਬਾਤ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸੁਣੀਏ। ਕਹਿੰਦੇ ਟਾਣਾ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ, ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ, ਹਾਲੇ ਤਾਂ ਸ਼ੁਰੂ ਹੀ ਹੋਇਆ ਸੀ। ਅੱਛਾ, ਮੈਂ ਜ਼ੋਰ ਦੇ ਬੈਠਾ ਤਾਂ ਹੀ ਮੈਂ ਕਿਹਾ ਵੀ ਇਹ ਗੱਲ ਥਾਂ ਤੇ ਜ਼ੋਰ ਦੇ ਬੈਠੇ। ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਕਿਸੇ ਵੀ ਇਨਸਾਨ ਨੂੰ ਓਨੀ ਹੀ ਜਗ੍ਹਾ ਦਿਓ, ਓਨੀ ਹੀ ਜਗ੍ਹਾ ਦਿਓ। ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਿਸੇ ਇਨਸਾਨ ਨੂੰ, ਹਾਲੇ ਸ਼ੁਰੂ ਹੋਇਆ ਸੀ। ਅੱਛਾ, ਭਾਵਨਾਵਾਂ ਤੇ ਕਾਬੂ ਥੋੜਾ ਜਿਹਾ। ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਇਨਸਾਨ ਨੂੰ ਓਨੀ ਹੀ ਜਗ੍ਹਾ ਦਿਓ ਜਿੰਨੀ ਅਗਲਾ ਤੁਹਾਨੂੰ ਦਿੰਦਾ। ਹਾਂ, ਨਹੀਂ ਤਾਂ ਜਾਂ ਤਾਂ ਤੁਸੀਂ ਆਪ ਰੋਵੋਗੇ ਤੇ ਜਾਂ ਫਿਰ ਅਗਲਾ ਤੁਹਾਨੂੰ ਰਵਾ ਕੇ ਛੱਡੇਗਾ। ਮੈਂ ਹੋਵਾਂ ਸ਼ੁਰੂ। ਹਾਂਜੀ ਹਾਂਜੀ। ਦੇਖੋ ਗੱਲ ਇਹ ਆ ਵੀ ਬੰਦਾ ਨਾ ਤਾਂ ਆਪ ਰੋਵੇ ਤੇ ਨਾ ਕਿਸੇ ਨੂੰ ਰਵਾਵੇ। ਇਸ ਕਰਕੇ ਨਾ ਰਾਹ ਸਿਰ ਦਾ ਜਿਵੇਂ ਜੇ ਕੋਈ ਚੱਲੇ ਉਵੇਂ ਜੇ ਚੱਲ ਲਓ। ਬਿਲਕੁਲ। ਐਵੇਂ ਕਿਸੇ ਦੇ ਵਿੱਚ ਧੱਕੇ ਨਾਲ ਵੜਨ ਦੀ ਕੋਸ਼ਿਸ਼ ਵੀ ਨਾ ਕਰੋ। ਬੰਦਾ ਕਹਿੰਦਾ ਵੀ ਐਵੇਂ ਘੁਸਪੈਠ ਜੀ ਕਰਦਾ, ਇਹਨੇ ਸਾਡੇ ਕੋਲੋਂ ਕੁਝ ਲੈਣਾ ਹੋਊਗਾ। ਪਿਆਰ ਦਿਓ ਤੇ ਪਿਆਰ ਲਓ। ਜੇ ਕੋਈ ਬੰਦਾ ਦੂਰੀ ਬਣਾ ਕੇ ਚੱਲਣ ਦੇ ਵਿੱਚ ਭਲਾਈ ਸਮਝਦਾ ਤਾਂ ਉਹਨੂੰ ਕਹੋ ਵੀ ਭਾਈ ਤੇਰਾ ਭਲਾ ਹੋਣਾ ਚਾਹੀਦਾ, ਮੇਰਾ ਕੀ ਆ। ਅਸੀਂ ਤਾਂ ਰੁੱਖ ਵਾਂਗੂ ਇੱਕ ਪਾਸੇ ਵੀ ਖੜੇ ਆ। ਵੈਸੇ ਵੀ ਸਿਆਣੇ ਕਹਿੰਦੇ ਨੇ ਟਾਣਾ ਸਾਹਿਬ ਵੀ ਜੇ ਕੋਈ ਇੱਕ ਕਦਮ ਪਿੱਛੇ ਹੋਏ ਤਾਂ ਉਹਦੇ ਤੋਂ 10 ਕਦਮ ਪਿੱਛੇ ਹੋ ਜਾਓ ਤੇ ਜੇ ਕੋਈ ਇੱਕ ਕਦਮ ਅੱਗੇ ਵਧਾ ਲੇ ਤਾਂ 20 ਕਦਮ ਅੱਗੇ ਹੋ ਜਾਓ। ਕਿ ਅਗਲੇ ਨੇ ਜੇਕਰ ਤੁਹਾਡੇ ਵੱਲ ਆਪਣਾ ਹੱਥ ਵਧਾਇਆ, ਜੇਕਰ ਉਹ ਚਾਹੁੰਦਾ ਹੈ ਕਿ ਤੁਸੀਂ ਉਹਦੇ ਨਾਲ ਚੱਲੋ ਤੇ ਫਿਰ ਤੁਹਾਨੂੰ ਉਹਦਾ ਹੋ ਜਾਣਾ ਚਾਹੀਦਾ, ਉਹਦੇ ਨਾਲ ਤੁਰ ਪੈਣਾ ਚਾਹੀਦਾ ਹੈ, ਪਰ ਸਹੀ ਰਾਹ ਦੇ ਉੱਪਰ, ਹਨਾ। ਪਰ ਜੇਕਰ ਤੁਸੀਂ ਧੱਕੇ ਨਾਲ ਸੋਚੋ ਵੀ ਕੋਈ ਬੰਦਾ ਤੁਹਾਡਾ ਆਪਣਾ ਹੋ ਜਾਏਗਾ, ਕਿਸੇ ਨੂੰ ਜ਼ਬਰਦਸਤੀ ਆਪਣਾ ਨਹੀਂ ਬਣਾਇਆ ਜਾ ਸਕਦਾ। ਇਹ ਦੋਨੋਂ ਪਾਸੇ ਹੋਣੀ ਗੱਲ ਚਾਹੀਦੀ ਆ। ਇਹ ਜ਼ਿੰਦਗੀ ਦੇ ਵਿੱਚ ਪਿਆਰ ਮੁਹੱਬਤ ਵੀ ਵਨ ਵੇ ਨਹੀਂ ਹੁੰਦੀ ਵੀ ਇੱਕ ਪਾਸੇ ਹੀ ਚੱਲੇ। ਜੇ ਮੰਨ ਲਓ ਵੀ ਮੈਂ ਕਿਸੇ ਨੂੰ 4 ਫੋਨ ਕਰਦਾ ਜਾਂ ਕੋਈ ਮੈਨੂੰ 4 ਫੋਨ ਕਰਦਾ, ਕੋਈ ਮੈਨੂੰ 10 ਫੋਨ ਕਰਦਾ ਤੇ ਮੈਂ ਅੱਗੋਂ ਇੱਕ ਵੀ ਨਹੀਂ ਕਰਦਾ ਤਾਂ ਵਿਹਲਾ ਤਾਂ ਉਹ ਵੀ ਨਹੀਂ। ਉਹ ਵੀ ਇੱਕ ਦਿਨ ਸੋਚੂਗਾ ਵੀ ਮੇਰੇ ਕਿਹੜੇ ਧੱਫੜ ਨਿਕਲੇ ਆ, ਮੈਂ ਕਾਹਤੋਂ ਫੋਨ ਕਰਦਾ। ਸੋ ਇਸ ਕਰਕੇ ਵੀ ਪਿਆਰ ਮੁਹੱਬਤ ਦੇ ਵਿੱਚ ਗੁੱਝ ਕੇ ਰਹੋ ਤੇ ਵੱਜ ਕੇ ਰਹੋ ਤੇ ਭਿੱਜ ਕੇ ਰਹੋ, ਗੱਲ ਫਿਰ ਬਣਦੀ ਆ। ਬਿਲਕੁਲ ਸਹੀ। ਜੱਜ ਦਾ ਵਿਚਾਰ।
ਹਰਮਨ ਜੀ ਦੁਨਾਲੀਆਂ ਦੇ ਬਾਰੇ ਗਾਣੇ ਬਹੁਤ ਸਾਰੇ ਆਏ ਆ ਜੀ। ਬੜੇ ਗੀਤਾਂ ਦੇ ਵਿੱਚ 12 ਬੋਰ ਦੀ ਦੁਨਾਲੀ ਦਾ ਜ਼ਿਕਰ ਚੱਲਦਾ, ਦਾਰੂ ਘਰ ਦੀ ਬੰਦੂਕ 12 ਬੋਰ ਦੀ, ਦੋ ਚੀਜ਼ਾਂ ਜੱਟ ਮੰਗਦਾ, ਫਿਰ ਵਿੱਚ ਪਿੜਾਂ ਦੇ ਪੈੜ ਪੜਾਕੇ 12 ਬੋਰਾਂ ਦੇ। ਪਤਾ ਨਹੀਂ ਕਿਹੜੇ ਕਿਹੜੇ ਗਾਣੇ ਅੱਜ ਤੱਕ ਕੰਨਾਂ ਦੇ ਵਿੱਚ ਵੱਜੇ ਆ ਤੇ ਗਾਣੇ ਮਸ਼ਹੂਰ ਵੀ ਬੜੇ ਹੋਏ ਆ। ਮਤਲਬ ਇਹ ਆ ਵੀ ਦੁਨਾਲੀ ਕਿਸੇ ਵੇਲੇ ਪੰਜਾਬੀਆਂ ਦੇ ਸ਼ੌਕ ਦੀ ਪ੍ਰਤੀਕ ਸੀ, ਪਰ ਅੱਜ ਕੱਲ ਵਿਕਦੀ ਨਹੀਂ। ਅੱਜ ਕੱਲ ਨਾਲ ਪੈਸੇ ਦੇਣੇ ਪੈਂਦੇ ਆ ਜੇ ਵੇਚਣੀ ਹੋਵੇ ਤਾਂ। ਅੱਛਾ ਜੀ। ਹਾਂਜੀ, ਮੇਰੇ ਬਹੁਤ ਸਾਰੇ ਦੋਸਤ ਆ। ਵੈਸੇ ਤਾਂ ਮੈਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਕਹਿਣੀ ਚਾਹੁੰਦਾ ਵੀ ਆਪਾਂ ਹਥਿਆਰ ਰੱਖਣਾ ਹੀ ਕਾਹਤੋਂ ਆ। ਇੱਕ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਵਿੱਚ ਸਾਨੂੰ ਹਥਿਆਰ ਰੱਖਣੇ ਪੈਂਦੇ ਸੀ। ਅੱਜ ਕੱਲ ਸਾਡੇ ਸਿਰਾਂ ਦੇ ਉੱਤੇ ਕਰਜ਼ੇ ਦੀਆਂ ਪੰਡਾਂ, ਅੱਜ ਕੱਲ ਸਾਡੇ ਹੋਰ ਬਹੁਤ ਸਾਰੇ ਮਸਲੇ ਆ ਨੇਫੇ ਦੇ ਵਿੱਚ ਬੰਦੂਕ ਦਾ ਬੱਚਾ ਟੰਗ ਕੇ ਆਪਾਂ ਕਹਿੰਦੇ ਵੀ ਬਹੁਤ ਫੰਨੇ ਖਾਂ। ਇਹ ਕੋਈ ਫੰਨੇ ਖਾਂ ਵਾਲੀ ਗੱਲ ਨਹੀਂ। ਜੇ ਕਿਸੇ ਦੇ ਮਾਰਤੀ ਗੋਲੀ ਤਾਂ ਵੀ ਮਾਰੇ ਗਏ ਤੇ ਜੇ ਕੋਈ ਸਾਨੂੰ ਮਾਰ ਗਿਆ ਤਾਂ ਵੀ ਮਾਰੇ ਗਏ। ਪਤਾ ਕੋਈ ਨਹੀਂਗਾ, ਇਹੋ ਜਿਹਾ ਮਾਹੌਲ ਬਣਿਆ ਪਿਆ। ਪਰ ਜਿਹੜੇ ਲੋਕ ਆਪਦੀ ਸੁਰੱਖਿਆ ਦੇ ਲਈ ਰੱਖਦੇ ਆ ਉਹਨਾਂ ਨੂੰ ਬੜੇ ਸੰਜਮ ਦੇ ਨਾਲ ਤੇ ਬੜੇ ਤਰੀਕੇ ਦੇ ਨਾਲ ਰਹਿਣਾ ਪੈਂਦਾ। ਐ ਨਹੀਂ ਵੀ ਜਿੱਥੇ ਮਰਜ਼ੀ ਕੱਢ ਕੇ ਬਹਿ ਜਾਓ ਉਹਨੂੰ। ਪਰ ਨਾ ਪਤਾ ਲੱਗਾ ਵੀ ਜਿਹੜੀ ਇਹ 12 ਬੋਰ ਦੀ ਦੁਨਾਲੀ ਆ, ਇਹਦੀ ਥਾਂ ਦੇ ਉੱਤੇ ਲੋਕ ਹੁਣ 12 ਬੋਰ ਦਾ ਪਿਸਤੌਲ ਜਾਂ ਹੋਰ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਹੈਗੇ ਹਥਿਆਰ ਉਹ ਲੈਣੇ ਸ਼ੁਰੂ ਕਰ ਚੁੱਕੇ ਆ ਤੇ ਲਾਇਸੈਂਸ ਫੀਸ ਵਧੀ ਹੋਈ ਆ ਹੁਣ, ਤੇ ਹੋਰ ਬਹੁਤ ਸਾਰੇ ਵਿੱਚ ਇਹਦੇ ਖਰਚੇ ਵਾਲੇ ਪੱਠੇ ਵਾਲੇ ਕੰਮ ਚੱਲ ਪਏ ਆ। ਤੇ ਹੁਣ 12 ਬੋਰ ਦੀ ਜਿਹੜੀ ਆ ਦੁਨਾਲੀ ਉਹਨੂੰ ਕੋਈ ਲੈ ਕੇ ਰਾਜ਼ੀ ਨਹੀਂ ਤੇ ਕਈ ਲੋਕ ਇਹ ਗੱਲ ਕਹਿੰਦੇ ਵੀ ਅਸੀਂ ਦੇਣੀ ਚਾਹੁੰਦੇ ਆ ਇਹ। ਜੇ ਕਿਸੇ ਨੇ ਮੁਫਤ ਦੇ ਵਿੱਚ ਰੱਖਣੀ ਉਹ ਵੀ ਰੱਖ ਲਓ। ਓਹੋ, ਜੇ ਤੁਹਾਡਾ ਮਨ ਹੋਵੇ ਦੱਸਿਓ। ਨਹੀਂ, ਮੇਰਾ ਕੋਈ ਇਹੋ ਜਿਹਾ ਮਨ ਨਹੀਂ ਜੀ। ਬਾਅਦ ਦੇ ਵਿੱਚ ਪੇਟੀ 'ਚ ਰੱਖ ਕੇ ਪੇਟੀ ਦੀ ਰਾਖੀ ਕਰੀ ਜਾਇਓ। ਮੁੜ ਕੇ ਮੈਂ ਜਿਹੜਾ ਹੁਣ ਆਰਾਮ ਨਾਲ ਘਰ ਦੇ ਵਿੱਚ ਬੇਫਿਕਰੀ ਦੇ ਨਾਲ ਰਹਿਣੀ ਆ, ਉਹ ਸਾਰਾ ਜਿਹੜਾ ਨਾ ਫਿਕਰ ਦੇ ਵਿੱਚ ਤਬਦੀਲ ਹੋ ਜਾਣਾ। ਮੈਨੂੰ ਕੋਈ ਲੋੜ ਨਹੀਂ ਹੈ, ਨਾ ਮੈਨੂੰ ਕੋਈ ਖਤਰਾ ਹੈ। ਪਰਮਾਤਮਾ ਦੀ ਮਿਹਰ ਚਾਹੀਦੀ ਹੈ ਬਸ। ਨਾ ਗਲਤ ਕੰਮ ਕਰੋ ਤੇ ਨਾ ਕੋਈ ਇਦਾਂ ਦਾ। ਹਾਂ, ਉਹ ਗੱਲ ਵੱਖਰੀ ਹੈ ਕਿ ਜੇਕਰ ਕੋਈ ਆਪਣੀ ਸੁਰੱਖਿਆ ਦੇ ਲਈ ਇਹਨੂੰ ਰੱਖਦਾ ਹੈ ਤਾਂ ਉਹ ਇੱਕ ਬਿਲਕੁਲ ਹੀ ਡਿਫਰੈਂਟ ਚੀਜ਼ ਹੈ, ਕਿਉਂਕਿ ਬਹੁਤ ਸਾਰੇ ਹਾਲੇ ਵੀ ਇਹੋ ਜਿਹੇ ਪਿੰਡ ਹੈਗੇ ਨੇ, ਇਹੋ ਜਿਹੇ ਘਰ ਹੈਗੇ ਨੇ ਜਿਹੜੇ ਦੂਰ ਦਰਾਡੇ ਨੇ, ਹਨਾ, ਜਿਹਨਾਂ ਘਰਾਂ ਦੇ ਵਿੱਚ ਲੋਕ ਜਿਹੜੇ ਆ ਉਹ ਵਿਚਾਰੇ ਆਪਣੀ ਸੁਰੱਖਿਆ ਦੇ ਲਈ ਇਹ ਸਾਰਾ ਕੁਝ ਰੱਖਦੇ ਨੇ। ਉਹ ਇੱਕ ਵੱਖਰੀ ਚੀਜ਼ ਆ। ਪਰ ਆਪਾਂ ਹਰ ਰੋਜ਼ ਪੜ੍ਹਦੇ ਆ ਇਹਨਾਂ ਬੰਦੂਕਾਂ ਦਾ ਕਰਕੇ, ਇਹਨਾਂ ਦੁਨਾਲੀਆਂ ਦਾ ਕਰਕੇ, ਇਹਨਾਂ ਰਫਲਾਂ ਦਾ ਕਰਕੇ ਕੀ ਕੁਝ ਹੋ ਰਿਹਾ ਪੰਜਾਬ ਕਿੱਥੇ ਖੜਾ। ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਪੜਚੋਲ ਕਰਨੀ ਚਾਹੀਦੀ ਆ। ਇਹ ਵੀ ਕੋਈ ਨਵੀਂ ਗੱਲ ਨਹੀਂ, ਸਾਰਿਆਂ ਨੂੰ ਪਤਾ ਵੀ ਕਿੱਥੇ ਖੜਾ। ਪਰ ਸਾਡੇ ਗਾਉਣ ਵਾਲਿਆਂ ਨੇ ਸਾਡੀਆਂ ਫਿਲਮਾਂ ਦੇ ਵਿੱਚ ਇਉਂ ਜੇ ਬਣਿਆ ਪਿਆ ਵੀ ਬੰਦਾ ਮਾਰਨਾ ਤਾਂ ਨਾ ਬਸ ਮਾਮੂਲੀ ਜੀ ਗੱਲ ਆ। ਬਸ ਯਾਰ ਤੇਰਾ ਵਡਾਂਗਾ ਕਰ ਦਿੰਦਾ, ਯਾਰ ਤੇਰੇ ਨੇ ਛਾਂਗ ਤੇ, ਯਾਰ ਤੇਰਾ ਇੱਕੋ ਗੋਲੀ ਨਾਲ 3 ਬੰਦੇ ਚੱਕ ਦਿੰਦਾ। ਤੇ ਜਦੋਂ ਕਿਤੇ ਬਾਰਡਰਾਂ ਦੇ ਉੱਤੇ ਜੰਗ ਲੱਗਦੀ ਹੈ ਤੇ ਉਦੋਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਜਾਂਦਾ। ਜਿਹੜਾ ਦੁਨਾਲੀਆਂ ਦੀਆਂ ਗੱਲਾਂ ਕਰਦੇ ਆ, ਜਿਹੜੇ ਗ੍ਰਨੇਡ ਸੁੱਟਦੇ ਆ, ਜਿਹੜੇ ਕਹਿੰਦੇ ਵੀ ਤੇਰੀ ਅੱਖ ਦਾ ਵੀ ਘੈਂਟ ਨਿਸ਼ਾਨਾ ਤੇ ਮੇਰਾ ਦੁੱਗਣਾ ਗੂੜਾ ਨਿਸ਼ਾਨਾ, ਇਹ ਬੰਦੇ ਕਿਤੇ ਨਹੀਂ ਲੱਭਦੇ ਬਾਅਦ ਦੇ ਵਿੱਚ। ਕਿੱਥੇ ਸੁਣ ਲਿਆ ਤੁਸੀਂ? ਹੁਣੇ ਬਣਾਇਆ। ਇਹ ਗਲਤ ਗੱਲ ਆ ਟਾਣਾ ਸਾਹਿਬ, ਏਦਾਂ ਦੇ ਗੀਤ ਨਾ ਬਣਾਇਆ ਕਰੋ। ਉਹ ਮੇਰੇ ਦਿਮਾਗ ਦੇ ਵਿੱਚ ਗੱਲ ਆ ਗਈ। ਤੁਹਾਡੇ ਮੂੰਹ ਤਾਂ ਖਤਰਨਾਕ ਗੱਲ ਵੀ ਹਾਸੋ ਵੀ ਨਹੀਂ ਲੱਗੀ। ਕਿਉਂ? ਵੈਸੇ ਹੀ ਬਸ ਕਦੇ ਸੋਚਿਆ ਨਹੀਂ ਸੀ। ਬੰਦੂਕਾਂ ਬੰਦਾਕਾਂ ਵਾਲੀ ਗੱਲ ਕਰਦੇ ਵੈਸੇ ਚੰਗੇ ਵੀ ਨਾ ਲੱਗਦੇ, ਪਰ ਇਹ ਖਬਰ ਆਈ ਆ ਵੀ ਭਾਈ ਇਹ ਅਸਲ ਦੇ ਵਿੱਚ ਕਿ ਲਾਇਸੈਂਸ ਬਹੁਤ ਮਹਿੰਗੇ ਹੋ ਗਏ ਆ, ਫੀਸਾਂ ਬਹੁਤ ਮਹਿੰਗੀਆਂ ਹੋ ਗਈਆਂ, ਸੰਭਾਲ ਬੜੀ ਮਹਿੰਗੀ ਹੋ ਗਈ ਆ। ਇਸ ਕਰਕੇ ਅੱਜ ਕੱਲ 12 ਬੋਰ ਦੀ ਦੁਨਾਲੀ ਨੂੰ ਕੋਈ ਪੁੱਛਦਾ ਨਹੀਂਗਾ ਤੇ ਆਪਾਂ ਕਰਨਾ ਵੀ ਕੀ ਆ ਜੀ। ਬਸ ਠੀਕ ਆ, ਐਂ ਹੀ ਰਹੋ, ਕੋਈ ਗੱਲ ਨਹੀਂ, ਮਹਾਰਾਜ ਵੇਂਦਾ। ਜੱਜ ਦਾ ਵਿਚਾਰ। ਟਾਣਾ ਸਾਹਿਬ, ਪਹਿਲਾਂ ਤਾਂ ਇਹ ਆਸ ਸੀ ਕਿ ਸ਼ਾਇਦ ਹਾਈਕਮਾਨ, ਕਾਂਗਰਸ ਹਾਈਕਮਾਨ ਸਾਰਾ ਕੁਝ ਠੀਕ ਕਰ ਦਊਗੀ। ਕਦੇ ਸੋਨੀਆ ਗਾਂਧੀ ਹੋਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਸੀ, ਕਦੇ ਰਾਹੁਲ ਗਾਂਧੀ ਹੋਰਾਂ ਦਾ ਵੀ ਜ਼ਿਕਰ ਛੜਿਆ ਕਿ ਉਹ ਸ਼ਾਇਦ ਪੰਜਾਬ ਦੇ ਵਿੱਚ ਜੋ ਇਸ ਵੇਲੇ ਕਾਂਗਰਸ ਦਾ ਕਾਟੋ ਕਲੇਸ਼ ਚੱਲ ਰਿਹਾ ਉਹਨੂੰ ਸਾਰਾ ਕੁਝ ਸਮੇਟ ਦੇਣਗੇ, ਸਭ ਕੁਝ ਠੀਕ ਹੋ ਜਾਊਗਾ। ਕਿਉਂਕਿ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਤੇ ਫਿਰ ਉਸ ਦੇ ਵਿੱਚ ਸਾਰੇ ਇਕੱਠੇ ਹੋ ਕੇ ਫਿਰ ਤੋਂ ਮੈਦਾਨ ਦੇ ਵਿੱਚ ਨਿਤਰਨਗੇ, ਹਨਾ। ਪਰ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਦਾਂ ਲਾਈਨ ਪਾਤੀ ਮੂਰੇ, ਲਕੀਰ ਖਿੱਚਤੀ, ਫੁੱਲ ਸਟਾਪ ਲਗਾ ਦਿੱਤਾ। ਕਹਿੰਦੇ ਇਹ ਬਿਲਕੁਲ ਨਹੀਂ ਹੋ ਸਕਦਾ। ਬਿਲਕੁਲ ਜੀ। 3 ਮੈਂਬਰੀ ਕਮੇਟੀ ਦੇ ਮੂਹਰੇ ਪੇਸ਼ ਹੋਏ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ। ਉਹਨਾਂ ਨੇ ਉੱਥੇ 2 ਟੋਕੇ ਗੱਲ ਕਹੀ ਆ ਵੀ ਸਿੱਧੂ ਨੂੰ ਅਸੀਂ ਉਪ ਮੁੱਖ ਮੰਤਰੀ ਤਾਂ ਬਿਲਕੁਲ ਨਹੀਂ ਬਣਾ ਸਕਦੇ, ਜੇ ਉਦਾਂ ਵਜ਼ਾਰਤ ਦੇ ਵਿੱਚ ਸ਼ਾਮਲ ਕਰਨਾ ਤਾਂ ਤੁਹਾਡੀ ਮਰਜ਼ੀ ਆ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਕਹਿੰਦੇ ਵੀ ਮੋਟਾ ਸਾਰਾ ਪੁਲੰਦਾ ਬਣਾ ਕੇ ਲੈ ਕੇ ਗਏ ਸੀਗੇ ਕਮੇਟੀ ਦੇ ਮੂਹਰੇ ਵੀ ਸਿੱਧੂ ਹੋਰੀ ਪਿਛਲੇ ਕੁਝ ਦਿਨਾਂ ਦੇ ਵਿੱਚ ਮੇਰੇ ਬਾਰੇ ਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਕੀ ਬੋਲੇ ਆ। ਸੋ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਖਿੱਚੀ ਤੁਰੀ ਆਉਂਦੇ ਕੰਮ। ਉਹ ਕਹਿੰਦੇ ਵੀ ਦੇਖੋ ਗੱਲ ਇਹ ਆ, ਮੈਂ ਇੰਨੀ ਵਾਰ ਚੋਣਾਂ ਜਿੱਤਿਆ, ਇੰਨੇ ਸਾਲ ਮੈਂ ਕ੍ਰਿਕਟ ਦੇ ਵਿੱਚ ਰਾਜ ਕੀਤਾ, ਇੰਨੇ ਸਾਲ ਮੈਂ ਕਪਲ ਦੇ ਸੋਫੇ ਦੇ ਉੱਤੇ ਬੈਠ ਕੇ ਕੱਢੇ ਆ ਤੇ ਲੋਕਾਂ ਦਾ ਦਿਲ ਜਿੱਤ ਲਿਆ। ਇਹਨਾਂ ਨੂੰ ਕੀ ਪਤਾ ਕੀ ਇਹਨਾਂ ਨੂੰ। ਤੇ ਪੱਤਰਕਾਰ ਸਵਾਲ ਕਰਦੇ ਵੀ ਤੁਸੀਂ ਕਹਿਣਾ ਕੀ ਚਾਹੋਗੇ ਜੇ ਤੁਹਾਨੂੰ ਕਾਂਗਰਸ ਚੋਂ ਕੱਢਤਾ? ਜੇ ਮਿੱਤਰਾ ਮੇਰੀ ਗੱਲ ਸੁਣ, ਜੇ ਕਿਤੇ ਭੂਆ ਦੇ ਬੁੱਛਾ ਹੁੰਦੀਆਂ ਫੁੱਫੜ ਦਾ ਹੁੰਦਾ,
ਹਾਂਜੀ ਗੱਲ ਸੁਣ ਮੇਰੀ, ਹੱਸਣਾ ਨਹੀਂਗਾ, ਤੈਨੂੰ ਤਾਂ ਪਤਾ ਨਹੀਂਗਾ, ਮੈਂ ਉਹ ਸਕੂਲ ਦਾ ਪ੍ਰਿੰਸੀਪਲ ਆ ਜਿਹੜੇ ਸਕੂਲ ਤੋਂ ਪੜ੍ਹਦਾ ਰਿਹਾ। ਅੱਛਾ ਜੀ। ਟਕਾ ਕੇ ਠੋਕੋ। ਗੱਲ ਇਹ ਹੈ ਕਿ ਇਸ ਵੇਲੇ ਰੌਲਾ ਤਾਂ ਬਹੁਤ ਪਿਆ ਹੋਇਆ ਟਾਣਾ ਸਾਹਿਬ, ਪਰ ਹੌਲੀ ਹੌਲੀ ਲੋਕਾਂ ਦੀ ਦਿਲਚਸਪੀ ਖਤਮ ਹੁੰਦੀ ਜਾ ਰਹੀ ਹੈ। ਲੋਕ ਹੁਣ ਇਸ ਗੱਲ ਦੇ ਵੱਲ ਬਹੁਤ ਘੱਟ ਖਿਆਲ ਕਰਦੇ ਨੇ। ਕੁਝ ਕੁ ਫੀਸਦੀ ਲੋਕ ਹੀ ਖਿਆਲ ਕਰ ਰਹੇ ਨੇ ਕਿ ਆਖਰਕਾਰ ਸਿੱਧੂ ਸਾਹਿਬ ਕਰਨਗੇ ਕੀ, ਕਿਉਂਕਿ ਹਰ ਕੋਈ ਕਹਿੰਦਾ ਵੀ ਸਿੱਧੂ ਸਾਹਿਬ ਸਿਰਫ ਟਕਾ ਕੇ ਠੋਕੋ ਹੀ ਕਰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਨਾ ਤਾਂ ਕੋਈ ਫੈਸਲਾ ਲਿਆ ਉਹਨਾਂ ਨੇ ਹੁਣ ਤਾਈਂ, ਤੇ ਨਾ ਹੀ ਕਿਸੇ ਬੰਨੇ ਕੰਡੇ ਲੱਗੇ ਨੇ। ਇਸ ਲਈ ਲੋਕ ਵੀ ਹੁਣ ਥੋੜਾ ਜਿਹਾ ਪਿੱਛੇ ਜਿਹੇ ਹੁੰਦੇ ਜਾ ਰਹੇ ਨੇ। ਬਿਨਾਂ ਸ਼ੱਕ ਸਿੱਧੂ ਸਾਹਿਬ ਬਹੁਤ ਵਧੀਆ ਬੁਲਾਰੇ ਆ, ਬਿਲਕੁਲ ਸਹੀ, ਕੋਈ ਦੋ ਰਾਇਆ ਨਹੀਂ। ਇਮਾਨਦਾਰ ਵੀ ਆ, ਕੋਈ ਦੋ ਰਾਇਆ ਨਹੀਂ, ਬਿਲਕੁਲ ਸਹੀ। ਪਰ ਸਮੇਂ-ਸਮੇਂ ਦੇ ਉੱਤੇ ਉਹਨਾਂ ਨੇ ਕਈ ਇਹੋ ਜਿਹੇ ਮੋਰਚੇ ਖੋਲੇ ਆ ਜਿਹਦੇ ਕਰਕੇ ਉਹਨਾਂ ਦੇ ਉੱਤੇ ਸਵਾਲਾਂ ਦੀ ਵਾਛੜ ਹੋਣ ਲੱਗ ਪਈ ਆ। ਹੁਣ ਸੋਸ਼ਲ ਮੀਡੀਆ ਤੇ ਕਈ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਐਲਾਨ ਦੇਵੇ ਤੇ ਨਾਲ ਦੀ ਨਾਲ ਸਿੱਧੂ ਸਾਹਿਬ ਨੇ ਚੁੱਪ ਕਰ ਜਾਣਾ। ਪਰ ਮਸਲੇ ਤਾਂ ਪੰਜਾਬ ਦੇ ਫਿਰ ਵੀ ਉੱਡੇ ਦੇ ਉੱਡੇ ਰਹਿਣੇ ਆ। ਜਿਸ ਦਿਨ ਤੋਂ ਕੇਜਰੀਵਾਲ ਹੋਰੀ ਇਹ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਵਿੱਚ ਅਸੀਂ ਸਿੱਖ ਚਿਹਰੇ ਨੂੰ ਹੀ ਮੁੱਖ ਮੰਤਰੀ ਬਣਾਵਾਂਗੇ, ਉਹਨੂੰ ਅਸੀਂ ਕੈਂਡੀਡੇਟ ਉਮੀਦਵਾਰ ਬਣਾਵਾਂਗੇ, ਤੇ ਕਹਿੰਦੇ ਵੀ ਸਿੱਧੂ ਸਾਹਿਬ ਨੇ ਉਸ ਦਿਨ ਤੋਂ ਕੰਮ ਖਿੱਚਿਆ ਪਿਆ। ਹੁਣ ਲੋਕਾਂ ਦਾ ਨਜ਼ਰੀਆ, ਲੋਕਾਂ ਦੀ ਧਾਰਨਾ, ਇਹਦੇ ਵਿੱਚ ਸੱਚਾਈ ਕੀ ਆ, ਇਹ ਆਉਣ ਵਾਲਾ ਵਕਤ ਆਪੇ ਬਿਆਨ ਕਰੂਗਾ। ਪਰ ਗੱਲ ਇਹ ਜ਼ਰੂਰ ਆ ਵੀ ਜੇਕਰ ਨਵਜੋਤ ਸਿੰਘ ਸਿੱਧੂ ਇਸ ਵੇਲੇ ਪਾਰਟੀ ਬਦਲਦੇ ਆ, ਜੇਕਰ, ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਜਾਊਗਾ ਵੀ ਇਹ 6-7 ਵਰਿਆਂ ਦੇ ਵਿੱਚ ਤੀਜੀ ਵਾਰ ਬਦਲ ਗਏ ਆ। ਪਹਿਲਾਂ ਕਹਿੰਦੇ ਹੁੰਦੇ ਸੀ ਕਾਂਗਰਸ ਮੁੰਨੀ ਵਰਗੀ ਵਾ, ਇਹ ਬਦਨਾਮ ਵਾਲੀ ਆ, ਫਿਰ ਕਹਿੰਦੇ ਨਾ ਇਹ ਮੇਰੀ ਮਾਂ ਵਰਗੀ ਆ, ਫਿਰ ਉਸ ਤੋਂ ਬਾਅਦ ਜੇਕਰ ਹੁਣ ਹੋਰ ਪਾਰਟੀ 'ਚ ਜਾਣਗੇ ਤਾਂ ਕਾਂਗਰਸ ਬਾਰੇ ਕੀ ਕਹਿਣਗੇ। ਸੋ ਸਿੱਧੂ ਹੋਰਾਂ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਕੀਤੀਆਂ। ਮੈਨੂੰ ਚੇਤੇ ਆਉਂਦੀ ਹੈ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤੇ ਉਸ ਵਕਤ ਨਵਜੋਤ ਸਿੰਘ ਸਿੱਧੂ ਨਾਇਕ ਬਣਿਆ। ਬਿਲਕੁਲ ਸਹੀ। ਇਉਂ ਲੱਗਦਾ ਸੀ ਵੀ ਪੂਰਾ ਪੰਜਾਬ ਉਹਦੀ ਅਗਵਾਈ ਕਬੂਲਦਾ। ਦੇਖੋ ਸਭ ਤੋਂ ਵੱਡੀ, ਪਰ ਫਿਰ ਉਸ ਤੋਂ ਬਾਅਦ ਚੁੱਪ, ਇੱਕਦਮ ਫੇਰ ਚੁੱਪ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਉਦੋਂ ਸਿੱਧੂ ਸਾਹਿਬ ਨੇ ਕੰਮ ਵੀ ਬਹੁਤ ਕੀਤਾ, ਉਦੋਂ ਉਹਨਾਂ ਨੇ ਮਿਹਨਤ ਵੀ ਬਹੁਤ ਕੀਤੀ। ਆਪਾਂ ਸਾਰੇ ਜਾਣਦੇ ਹਾਂ ਕਿ ਇਸ ਤਰੀਕੇ ਦੇ ਨਾਲ ਉਹ ਲਾਂਘਾ ਖੁੱਲਿਆ ਔਰ ਉਸ ਵੇਲੇ ਵਾਕਈ ਲੋਕਾਂ ਨੇ ਉਹਨਾਂ ਨੂੰ ਨਾਇਕ ਬਣਾ ਦਿੱਤਾ ਸੀ। ਪਰ ਇਹ ਕਹਿੰਦੇ ਹੁੰਦੇ ਨਾ ਵੀ ਕਿਸੇ ਮੁਕਾਮ ਦੇ ਉੱਪਰ ਪਹੁੰਚਣਾ ਇਹ ਫਿਰ ਵੀ ਥੋੜਾ ਜਿਹਾ ਸੌਖਾ ਹੁੰਦਾ ਹੈ, ਪਰ ਉਸ ਮੁਕਾਮ ਦੇ ਉੱਪਰ ਟਿਕੇ ਰਹਿਣਾ ਸਭ ਤੋਂ ਔਖਾ ਕੰਮ ਹੈ। ਸੋ ਇਹੀ ਸ਼ਾਇਦ ਇਉਂ ਲੱਗ ਰਿਹਾ ਹੈ ਕਿ ਸਿੱਧੂ ਸਾਹਿਬ ਉਸ ਮੁਕਾਮ ਦੇ ਉੱਪਰ ਟਿਕ ਨਹੀਂ ਪਾਏ ਹਨ। ਹੁਣ ਥੋੜਾ ਜਿਹਾ ਜਿਹੜਾ ਉਹ ਥੱਲੇ ਜਿਹੇ ਨੂੰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਪਰ ਗੱਲ ਇਹ ਹੈ ਕਿ ਪੰਜਾਬ ਨੂੰ ਇੱਕ ਬਹੁਤ ਹੀ ਚੰਗੇ ਲੀਡਰ ਦੀ ਲੋੜ ਹੈ। ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ, ਤੇ ਜਿਹੜੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਨਾਲ ਹੱਲ ਨਹੀਂ ਹੋਣੇ, ਉਹਨਾਂ ਦਾ ਅਸਲ ਦੇ ਵਿੱਚ ਹੱਲ ਲੱਭਣਾ ਪਊਗਾ। ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਕੇ ਵਿਊ ਲੈਣੇ ਹੋਰ ਵੱਖਰੀ ਗੱਲ ਆ, ਤੇ ਵੋਟ ਲੈਣੀ ਇੱਕ ਵੱਖਰੀ ਗੱਲ ਆ। ਬਹੁਤ ਸਾਰੇ ਪੰਜਾਬ ਦੇ ਨੇਤਾ ਇਹੋ ਜਿਹੇ ਆ ਜਿਨ੍ਹਾਂ ਦੇ ਭਾਸ਼ਣ ਨੂੰ ਵਿਊ ਬਹੁਤ ਮਿਲਦੇ ਆ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ। ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਦੋਂ ਵਿਊ ਮਿਲਦੇ ਆ ਉਹ ਵੱਖ-ਵੱਖ ਥਾਵਾਂ ਤੋਂ ਆ, ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹ ਤੁਹਾਡੇ ਆਪਣੇ ਹਲਕੇ ਦੇ, ਆਪਣੇ ਪੰਜਾਬ ਦੇ ਵਿੱਚ ਵਸਿੰਦੇ ਰਹਿਣ ਵਾਲੇ ਹੋਣੇ ਚਾਹੀਦੇ ਆ। ਸੋ ਇੱਕ ਹੋਰ ਗੱਲ ਆ, ਗਿਣਤੀਆਂ ਮਿਣਤੀਆਂ ਤੇਜ਼ ਹੋ ਗਈਆਂ। ਇਧਰ ਕੋਨੂ ਗੋਲੂ ਵੀ ਨਾਲ ਜੋੜ ਲਏ ਆ, ਅਕਾਲੀ ਦਲ ਤੇ ਬਸਪਾ ਗੱਠਜੋੜ ਨੇ ਸੁਨੀਲ ਕੋਨੂ ਗੋਲੂ ਜਿਹੜੇ ਉਹ ਨਾਲ ਜੋੜ ਲਏ ਆ। ਤੇ ਜਿਹੜੇ ਕੋਨੂ ਗੋਲੂ ਸਾਹਿਬ ਆ ਇਹ ਕਿਸੇ ਵੇਲੇ ਪ੍ਰਸ਼ਾਂਤ ਕਿਸ਼ੋਰ ਦੇ ਯਾਰ ਸੀਗੇ। ਉਧਰੋਂ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਗਿਣਤੀਆਂ ਮਿਣਤੀਆਂ ਕੀਤੀਆਂ ਵੀ ਕਿਹੜੀ ਥਾਂ ਦੇ ਉੱਤੇ ਆਪਾਂ ਕੀ ਤਕੜਮ ਫਿੱਟ ਕਰਨਾ, ਇੱਧਰ ਆਪਾਂ ਕੀ ਕਰਨਾ, ਉਹ ਕਾਂਗਰਸ ਦੇ ਵੱਲੋਂ ਸੋਚਣਗੇ, ਤੇ ਕੋਨੂ ਗੋਲੂ ਸਾਹਿਬ ਨੇ ਜਿਹੜੇ ਇਹ ਹੁਣ ਅਕਾਲੀ ਦਲ ਦੇ ਵੱਲੋਂ ਸੋਚਣਗੇ। ਪਰ ਕਿੱਡਾ ਦੇਖੋ ਜ਼ਮਾਨਾ ਬਦਲ ਗਿਆ ਟਾਣਾ ਸਾਹਿਬ। ਪਹਿਲਾਂ ਜਿਹੜੀ ਰਾਜਨੀਤੀ ਹੁੰਦੀ ਸੀ ਉਹ ਵੱਖਰੇ ਤਰ੍ਹਾਂ ਦੀ ਸੀ ਨਾ, ਪਹਿਲਾਂ ਲੋਕ ਵੱਖਰੇ ਤਰ੍ਹਾਂ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਸੀ। ਅੱਜ ਕੱਲ ਤਾਂ ਆਹ ਵਾਲਾ ਕੰਮ ਵਾਵਾ ਚੱਲਿਆ ਹੋਇਆ। ਦਿਲ ਦਾ ਕੋਈ ਕੰਮ ਨਹੀਂਗਾ। ਉਹ ਕਹਿੰਦੇ ਵੀ ਦਿਲ ਤੋਂ ਕੀ ਕਰਾਉਣਾ, ਇਹ ਤਾਂ ਕਦੇ ਜਿੱਤੇ ਨਹੀਂ ਗਿਆ, ਆਪਾਂ ਸਿਰਫ ਵੋਟਾਂ 'ਚ ਜਿੱਤਣਾ। ਤੇ ਕੋਨੂ ਗੋਲੂ ਸਭ ਕੁਝ ਕਰਨਗੇ, ਆਸ ਇਸ ਗੱਲ ਦੀ ਆ। ਉਧਰੋਂ ਕਈਆਂ ਨੂੰ ਪ੍ਰਸ਼ਾਂਤ ਤੋਂ ਵੀ ਆਸ ਹੈਗੀ ਆ, ਪਰ ਫਿਰ ਉੱਥੇ ਗੱਲ ਆ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਧਰਮ ਦੀਆਂ ਕਿੰਨੀਆਂ ਵੋਟਾਂ, ਤੁਹਾਡੇ ਹਲਕੇ ਦੇ ਵਿੱਚ ਕਿਹੜੇ ਭਾਈਚਾਰੇ ਦੀਆਂ ਕਿੰਨੀਆਂ ਵੋਟਾਂ, ਕਿਹੜੀ ਜਾਤ ਦੀਆਂ ਕਿੰਨੀਆਂ ਵੋਟਾਂ, ਇਸ ਗੱਲ ਦੇ ਉੱਤੇ ਰਾਜਨੀਤੀ ਹੋਊਗੀ। ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਜਾਤ ਪਾਤ ਤੋਂ ਉੱਠਣ ਦੇ ਲਈ ਕਿਹਾ ਸੀਗਾ, ਇਸ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਕਿਹਾ ਸੀ, ਪਰ ਗਿਣਤੀਆਂ ਮਿਣਤੀਆਂ ਹੁਣ ਤੋਂ ਉਹ ਸ਼ੁਰੂ ਹੋ ਜਾਣੀਆਂ। ਜੀ ਜੱਜ ਦਾ ਵਿਚਾਰ। ਹਰਮਨ ਜੀ, ਕਿਸਾਨ ਹੈਗੇ ਮੁੱਠੀ ਭਰ। ਟਾਣਾ ਸਾਹਿਬ ਆ ਗੱਲ ਸੁਣ ਕਿਸਾਨਾਂ ਨੂੰ ਕੁਝ ਨਹੀਂ ਪਤਾ, ਉਹ ਵਿਚਾਰੇ ਗੁੰਮਰਾਹ ਹੋ ਗਏ ਆ। ਅੱਛਾ ਜੀ। ਇਹਨਾਂ ਦੀ ਆਮਦਨ ਦੁੱਗਣੀ ਕਰਕੇ ਛੱਡਣੀ ਆ। ਇਹ ਤਾਂ ਦੇਖੋ ਜੀ ਆਉਂਦੇ ਸਮੇਂ ਦੇ ਵਿੱਚ ਸਿਫਤਾਂ ਦੇ ਪੁਲ ਬੰਨਿਆ ਕਰਨਗੇ। ਇਹ ਕਹਿਣਗੇ ਵੀ ਜੋ ਕੁਝ ਮੋਦੀ ਸਰਕਾਰ ਨੇ ਕੀਤਾ ਤੇ ਅਸੀਂ ਉਹਦੀ ਵਿਰੋਧਤਾ ਕਰ ਬੈਠੇ ਤੇ ਅਸੀਂ ਸ਼ਰਮਿੰਦੇ ਆ ਇਸ ਗੱਲ ਦੇ ਉੱਤੇ। ਤੇ ਕਿਸਾਨਾਂ ਨੂੰ ਚਾਹੀਦਾ ਉਹ ਪਹਿਲਾਂ ਖੇਤੀ ਕਾਨੂੰਨਾਂ ਬਾਰੇ ਜਾਣ ਲੈਣ। ਤੇ ਮਸਲਾ ਕੋਈ ਬੜਾ ਵੱਡਾ ਹੈ ਨਹੀਂ, ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਡੇ ਨਾਲ ਆ ਕੁਝ ਕੁ ਮੁੱਠੀ ਭਾਰੀ ਹੈ ਜਿਹੜਾ ਸਾਡਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਇਹ ਤੁਸੀਂ ਨਹੀਂ ਬੋਲ ਰਹੇ, ਇਹ ਕੌਣ ਬੋਲ ਰਿਹਾ ਇਹ ਦੱਸੋ। ਮੈਂ ਕਦੇ ਇਦਾਂ ਬੋਲੂੰਗਾ ਵੀ ਨਹੀਂ ਆਪਣੇ ਵੱਲੋਂ, ਇਹ ਮਨੋਹਰ ਲਾਲ ਖੱਟੜ ਹੋਰੀ ਬੋਲ ਰਹੇ ਆ।
ਹਾਲੇ ਉਹਨਾਂ ਦਾ ਹੈਲੀਕਾਪਟਰ ਥੱਲੇ ਨਹੀਂ ਉਤਰਨ ਦਿੰਦੇ। ਜੇਕਰ ਮੁੱਠੀ ਭਰ ਨਹੀਂ ਉਤਰਨ ਦਿੰਦੇ ਤੇ ਜੇ ਸੱਚੀ ਮੁੱਚੀ ਓਨੇ ਹੋਣ ਜਿੰਨੇ ਤੁਸੀਂ ਸੋਚਦੇ ਆ ਤੇ ਫਿਰ ਕੀ ਹੋਊਗਾ? ਦੇਖੋ ਗੱਲ ਇਹ ਹੈ ਟਾਣਾ ਸਾਹਿਬ ਵੀ 1 ਮਿੰਟ ਦੇ ਲਈ ਚਲੋ ਮੰਨ ਗਏ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਨਹੀਂ ਪਤਾ, ਮੰਨ ਗਏ ਜੋ ਤੁਸੀਂ ਮੂਹਰੇ ਕਹਿੰਦੇ ਖੜ ਕੇ ਦੱਸੋ ਇਹਨਾਂ ਨੂੰ। ਹਾਂ ਮਤਲਬ ਮੈਂ ਉਹੀ ਕਹਿੰਦੀ ਮੰਨ ਗਏ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਨਹੀਂ ਪਤਾ, ਕਿਸਾਨ ਜਿਹੜੇ ਬਾਅਦ ਚ ਸੋਲੇ ਗਾਣਗੇ, ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਣਨਾ ਚਾਹੀਦਾ ਹੈ, ਠੀਕ ਹੈ ਮੰਨ ਗਏ ਤਾਂ ਹਿੰਮਤ ਕਰੋ ਨਾ, ਉੱਥੇ ਹੀ ਬੈਠੇ ਤੁਹਾਡੇ ਲੱਗ ਹੀ ਹੈ, ਤੁਹਾਡੇ ਤੋਂ ਤਾਂ ਕੁਝ ਕਿਲੋਮੀਟਰ ਹੀ ਦੂਰ ਬੈਠੇ ਨੇ ਉਹ, ਤੇ ਤੁਸੀਂ ਥੋੜਾ ਜਿਹਾ ਸਮਾਂ ਕੱਢੋ ਉਹਨਾਂ ਦੇ ਵਿੱਚ ਜਾ ਕੇ, ਉਹਨਾਂ ਦੇ ਵਿੱਚ ਖੜ ਕੇ ਤੇ ਫਿਰ ਮਾਈਕ ਤੁਹਾਨੂੰ ਕਿਸਾਨ ਅਜੀਬ ਦੌਰ ਆ ਦੇਣਗੇ। ਗਿਆ ਜਦੋਂ ਕਿਸਾਨ ਆਉਂਦੇ ਆ ਜੀ ਉਦੋਂ ਭੱਜ ਜਾਂਦੇ ਆ, ਜਦੋਂ ਦੂਰ ਹੁੰਦੇ ਆ ਕਹਿੰਦੇ ਇਹਨਾਂ ਨੂੰ ਸਮਝ ਹੈ ਨਹੀਂ। ਉਹ ਭਾਈ ਆਪਾਂ ਇਸੇ ਦੇਸ਼ ਦੇ ਵਾਸੀ ਆ, ਮੂਹਰੇ ਖੜ ਕੇ ਦੱਸ ਦੋ। ਤੁਸੀਂ ਕੈਮਰੇ ਮੂਹਰੇ ਖੜ ਕੇ ਜੋ ਇਹ ਗੱਲਾਂ ਕਹਿੰਦੇ ਹੋ, ਉੱਥੇ ਕਿਸਾਨ ਜਿਹੜੇ ਨੇ ਆਪਾਂ ਉਹਨਾਂ ਨੂੰ ਬੇਨਤੀ ਕਰ ਦਿੰਦੇ ਆ ਕਿ ਇੱਕ ਮਾਈਕ ਸਪੀਕਰ ਦਾ ਉੱਥੇ ਪ੍ਰਬੰਧ ਕਰੀ ਰੱਖਿਓ, ਖੱਟਰ ਸਾਹਿਬ ਨੇ ਆਉਣਾ ਹੈ ਤੇ ਆ ਕੇ ਉਸ ਮਾਈਕ ਦੇ ਵਿੱਚ ਸਾਰੇ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਉਣਗੇ। ਇਹਦੇ 'ਚ ਵੱਡੀ ਗੱਲ ਕਿਹੜੀ ਹੈ? ਤੁਸੀਂ ਕੈਮਰੇ ਮੂਹਰੇ ਜਾ ਕੇ ਫਟਾਫਟ ਕਹਿੰਦੇ ਨਹੀਂ ਇਹਨਾਂ ਨੂੰ ਪਤਾ ਨਹੀਂ, ਚੰਗੇ ਬਹੁਤ ਆ, ਸਾਹਮਣੇ ਜਾ ਕੇ ਬੋਲਣ ਦੀ ਤੁਹਾਡੀ ਹਿੰਮਤ ਨਹੀਂ ਹੈ। ਕੱਲ ਨਾ ਮੇਰੀ ਗੁਰਨਾਮ ਸਿੰਘ ਚੜੂਨੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ। ਉਹ ਕਹਿੰਦੇ ਵੀ 2 ਤਰ੍ਹਾਂ ਦੇ ਹੱਠ ਹੁੰਦੇ ਆ, ਇੱਕ ਹੁੰਦਾ ਬਾਲ ਹੱਠ, ਦੂਜਾ ਹੁੰਦਾ ਰਾਜ ਹੱਠ। ਬਾਲ ਹੱਠ ਮਤਲਬ ਇਹ ਆ ਵੀ ਨਿਆਣੇ ਦਾ ਕੀ ਪਤਾ, ਉਹ ਕਵੇ ਜੀ ਹਾਥੀ ਦਾ ਪੈਰ ਗੜਵੀ ਚ ਪਾਓ, ਹਾਂ ਵੀ ਨਿਆਣੇ ਦੀ ਜ਼ਿੱਦ ਹੈ ਜੀ, ਜਿੱਦ ਕਰਨੀ ਉਹਨੇ। ਇੱਕ ਹੁੰਦਾ ਰਾਜ ਹੱਠ, ਜਿਹੜਾ ਰਾਜਾ ਹੋਵੇ ਉਹ ਹੱਠੀ, ਉਹ ਜ਼ਿੱਦੀ ਹੋਵੇ ਤਾਂ ਬੇੜਾ ਉਹ ਸਭ ਕੁਝ ਦਬਾ ਦਿੰਦਾ। ਉਹਨਾਂ ਦੇ ਕਹਿਣ ਦੇ ਮੁਤਾਬਕ ਇਸ ਵਕਤ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਰਾਜ ਹੱਠ ਵਾਲੀ ਗੱਲ ਕਰਦੇ ਆ, ਪਰ ਉਹ ਬੀਜੇਪੀ ਦਾ ਵੀ ਨੁਕਸਾਨ ਕਰੀ ਜਾਂਦੇ ਆ, ਆਪਦੇ ਅਕਸ ਨੂੰ ਵੀ ਵਿਗਾੜੀ ਜਾਂਦੇ ਆ। ਉਹ ਕਹਿੰਦੇ ਵੀ ਪਿਛਲੇ 7 ਮਹੀਨਿਆਂ ਦੇ ਵਿੱਚ ਦੇਖੋ ਕਿ ਬੀਜੇਪੀ ਦੇ ਵੱਖ-ਵੱਖ ਨੇਤਾਵਾਂ ਦਾ ਅਕਸ ਸੁਧਰਿਆ ਜਾਂ ਵਿਗੜਿਆ। ਬਿਲਕੁਲ ਸਹੀ। ਕੀ ਭਾਜਪਾ ਅੱਗੇ ਨਾਲੋਂ ਪਤਲੀ ਹੋਈ ਆ ਜਾਂ ਮਜ਼ਬੂਤ ਹੋਈ ਆ? ਜੇ ਪਤਲੀ ਹੋਈ ਆ ਮਤਲਬ ਕਿਸਾਨ ਜਿੱਤ ਰਹੇ ਆ, ਤੇ ਜੇ ਮਜ਼ਬੂਤ ਹੋਈ ਆ ਤਾਂ ਗੱਲ ਵੱਖਰੀ ਆ, ਪਰ ਮੈਨੂੰ ਜਾਪਦਾ ਕਿ ਪਤਲੀ ਹੋਈ ਆ। ਸ਼ਾਇਦ ਤੁਹਾਨੂੰ ਵੀ ਇਹ ਲੱਗੇ, ਸਾਡੇ ਦਰਸ਼ਕਾਂ ਨੂੰ ਵੀ ਇਹ ਲੱਗੇ। ਚੋਣਾਂ ਦੇ ਨਤੀਜਿਆਂ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਕਿ ਪਤਲੀ ਹੋਈ ਹੈ ਕਿ ਮਜ਼ਬੂਤ ਹੋਈ ਹੈ। ਤੇ ਇੱਕ ਬੇਨਤੀ ਹੋਰ ਆ ਵੀ ਜੇਕਰ ਮੁੱਠੀ ਭਰ ਕਿਸਾਨ ਆ ਖੱਟੜ ਸਾਹਿਬ, ਤਾਂ ਜਿਹੜੀਆਂ ਪੰਚਾਇਤੀ ਚੋਣਾਂ ਤੁਸੀਂ ਅਣਮਿੱਥੇ ਸਮੇਂ ਦੇ ਲਈ ਅੱਗੇ ਪਾਈਆਂ, ਜਿਨ੍ਹਾਂ ਦਾ ਸਮਾਂ ਨਿਕਲ ਗਿਆ ਪਿੱਛੇ ਜੇ, ਇਹਨਾਂ ਨੂੰ ਹੁਣੇ ਕਰਵਾ ਲੈਣਾ ਚਾਹੀਦਾ। ਮੁੱਠੀ ਭਰ ਕੀ ਕਰ ਦੇਣਗੇ? ਹਾਂ ਕੋਈ ਪਤਾ ਨਹੀਂ ਹੁੰਦਾਗਾ। ਤੁਸੀਂ ਰਿਕਾਰਡ ਤੋੜ ਦੋ ਪਿਛਲੀ ਵਾਰ ਦੇ ਵੀ, ਤੁਸੀਂ ਛੇਤੀ ਚੋਣਾਂ ਕਰਵਾ ਲਓ। ਹਾਂ ਨਾਲੇ ਤੁਹਾਡੀ ਸਰਕਾਰ ਦੇ ਲੋਕ ਕਹਿੰਦੇ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਤਾਂ ਨਹੀਂ ਅਸੀਂ ਸੁਧਰੇ ਆ, ਪਹਿਲਾਂ ਦੇਖੋ ਬਹੁਤ ਘੱਟ ਫੀਸਦੀ ਵੋਟਾਂ ਪਈਆਂ, ਐਤਕੀ ਅਸੀਂ ਵੱਧ ਸੀਟਾਂ ਲੈ ਗਏ ਆ, ਤੇ ਠੀਕ ਆ ਕੋਈ ਪਤਾ ਨਹੀਂ, ਪੱਛਮੀ ਬੰਗਾਲ 'ਚ ਜੋ ਹੋਣਾ ਸੀ ਉਹ ਹੋ ਗਿਆ, ਯੂਪੀ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਜੋ ਹੋਣਾ ਸੀ ਉਹ ਹੋ ਗਿਆ। ਤੁਸੀਂ ਕੋਸ਼ਿਸ਼ ਕਰੋ, ਤੁਸੀਂ ਆਪਣੇ ਹੁਣੇ ਚੋਣਾਂ ਕਰਵਾਓ, ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਸਾਨ ਮੁੱਠੀ ਭਰ ਕੀ ਵਿਗਾੜ ਸਕਦੇ ਨੇ ਤੁਹਾਡਾ। ਚੜੂਨੀ ਸਾਹਿਬ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਵੀ 26 ਤਰੀਕ ਦੇ ਮੱਦੇਨਜ਼ਰ ਬਹੁਤ ਵੱਡੇ ਪੱਧਰ ਦੇ ਉੱਤੇ ਹੁਲਾਰਾ ਆ ਰਿਹਾ ਜੀ। 26 ਤਰੀਕ ਨੂੰ ਯਾਨੀ ਕਿ 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ। ਅਸੀਂ ਜਿੱਤ ਕੇ ਜਾਵਾਂਗੇ ਜਾਂ ਫਿਰ ਮਰ ਕੇ ਜਾਵਾਂਗੇ। ਜਿੰਨਾ ਲੰਮਾ ਸਮਾਂ ਇਹ ਅੰਦੋਲਨ ਚੱਲੂਗਾ, ਬੀਜੇਪੀ ਦਾ ਉਨਾ ਵੱਧ ਨੁਕਸਾਨ ਹੋਊਗਾ। ਇਹ ਸੋਚਦੇ ਸੀ ਵੀ ਕਿਸਾਨ ਅੰਦੋਲਨ ਦਾ ਨੁਕਸਾਨ ਹੋਊਗਾ, ਸਾਡੇ ਕੋਲੇ ਤਾਂ ਗਵਾਉਣ ਨੂੰ ਕੁਝ ਹੈ ਹੀ ਨਹੀਂ। ਤੇ ਇੱਕ ਮੇਰੀ ਬੇਨਤੀ ਹੋਰ ਆ ਵੀ ਇਸ ਵੇਲੇ ਬਹੁ ਗਿਣਤੀ ਕਿਸਾਨ ਜਿਹੜੇ ਕਿ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਆ, ਉਹ 2 ਏਕੜ ਜ਼ਮੀਨ ਵਾਲੇ, 3 ਏਕੜ ਜ਼ਮੀਨ ਵਾਲੇ, 5-7 ਏਕੜ ਵਾਲੇ ਆ, ਜਿਨ੍ਹਾਂ ਦੇ ਕੋਲੇ 50-50 ਜਾਂ 100-100 ਕਿੱਲਾ, ਉਹਦੇ ਵਿੱਚੋਂ ਬਹੁਤ ਘੱਟ ਉੱਥੇ ਗਏ ਆ। ਤੇ ਤੁਹਾਡੇ ਉਹਨਾਂ ਵੱਡਾ ਟੀਕਾ ਲੱਗਣਾ ਜਿੰਨੀ ਵੱਧ ਜ਼ਮੀਨ ਆ, ਇਸ ਕਰਕੇ ਤੁਸੀਂ ਵੀ ਬਰਾਬਰ ਜਾਓ। ਤੇ ਜਿਹੜੇ ਮੇਰੇ ਵਰਗੇ ਕਹਿ ਦਿੰਦੇ ਲੈ ਆਪਾਂ ਤਾਂ ਚੱਕੀ ਤੋਂ ਆਟਾ ਲੈਣਾ, ਆਪਾਂ ਨੂੰ ਕੀ ਫਰਕ ਪੈਂਦਾ। ਤੇ ਜਦੋਂ ਰਾਮਦੇਵ ਨੇ ਜਿਵੇਂ ਤੇਲ ਬੋਤਲਾਂ 'ਚ ਵੇਚਣਾ ਸ਼ੁਰੂ ਕੀਤਾ, ਤੇ ਜਦੋਂ ਚੱਕੀ ਦਾ ਆਟਾ ਵੀ ਐਡੇ ਪੈਕਟਾਂ 'ਚ ਮਿਲਿਆ ਵੀ ਭਾਈ 2 ਡੰਗ ਦਾ ਆਟਾ ਇੰਨੇ ਦਾ ਮਿਲੂਗਾ, ਤਾਂ ਫਿਰ ਤੁਹਾਡੇ ਪੱਲੇ ਵੀ ਕੁਝ ਨਹੀਂ ਰਹਿਣਾ, ਚੀਕ ਨਿਕਲੂਗੀ। ਸ਼ਾਇਦ ਨਿਕਲੀ ਹੁਣ ਵੀ ਹੋਵੇ, ਆਪਾਂ ਢੀਠ ਜੇ ਹੋ ਕੇ ਦੱਬੀ ਬੈਠੇ ਆ। ਇਹ ਚੀਕ ਬੁਲਬੁਲ ਹੀ ਅੰਦਰ ਹੀ ਹੈ। ਹਾਂ ਉਹ ਸੋਹਣ ਸਿੰਘ ਮਿਸ਼ਨ ਤਾਂ ਕਿਹਾ ਸੀ ਵੀ ਕਦੇ ਮੇਰਾ ਚਿੱਤ ਕਰਦਾ ਮੈਂ ਟਿੱਬਿਆਂ ਤੇ ਖੜ ਕੇ ਚੀਕਾਂ ਮਾਰਾਂ, ਕੂਕਾਂ ਮਾਰਾਂ, ਅੰਦਰਲੀ ਚੀਕ ਬੁਲਬੁਲੀ ਬਾਹਰ ਕੱਢਾਂ। ਤੁਹਾਨੂੰ ਤਾਂ ਟਿੱਬਾ ਵੀ ਨਹੀਂ ਲੱਭਣਾ ਜੀ, ਤੁਸੀਂ ਕਿੱਥੇ ਜਾਓਗੇ? ਤੁਹਾਡੇ ਕੋਲ ਜ਼ਮੀਨ ਹੈ ਨਹੀਂ, ਕਿਸੇ ਨੇ ਆਪਦੇ ਟਿੱਬੇ ਤੇ ਚੜ੍ਹਨ ਨਹੀਂ ਦੇਣਾ। ਹਾਂ ਬਿਲਕੁਲ ਸਹੀ ਗੱਲ ਹੈ। ਚੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਹਾਂ, ਤਾਂ ਮੈਂ ਹਾਂ ਸਵਰਨਾ ਤੇ ਨਾਲ ਨੇ ਹਰਮਨਥਨ ਜੀ। ਕਹੋ ਨਾਲ ਹਰਮਨਾ। ਹਰਮਨਾ ਨਹੀਂ, ਮੇਰੀ ਬੇਬੇ ਕਹਿੰਦੀ ਹੁੰਦੀ ਵੇ ਸਵਰਨੇ ਪਾਣੀ ਦਾ ਗਲਾਸ ਫੜਾਈ, ਤੇ ਮੈਂ ਭੱਜ ਕੇ ਫੜਾਉਣਾ। ਤੇ ਮੇਰੀ ਇੱਕ ਬੇਨਤੀ ਆ, ਹੱਥ ਜੋੜ ਕੇ ਛਬੀਲਾਂ ਲਾਓ, ਬਹੁਤ ਚੰਗੀ ਗੱਲ ਆ, ਪਰ ਜੇਕਰ ਘਰ ਦੇ ਵਿੱਚ ਬਜ਼ੁਰਗ ਪਾਣੀ ਮੰਗਣ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੜਾਓ। ਇਹ ਨਹੀਂ ਵੀ ਬਾਹਰ ਤਾਂ ਅਸੀਂ ਪਾਣੀ ਆ ਜਿਹੜਾ ਉਹ ਪਿਆਉਣ ਜਾਂਦੇ ਆ, ਤੇ ਘਰ ਦੇ ਵਿੱਚ ਬੇਬੇ ਤਰਸੀ ਜਾਵੇ, ਬਾਪੂ ਤਰਸੀ ਜਾਵੇ, ਉਦੋਂ ਕਹੋਗੇ ਹਾਂ ਬੁੜੇ ਤੋਂ ਕੀ ਕਰਾਉਣਾ, ਸ਼ਰਮ ਵਾਲੀ ਗੱਲ ਹੋਊਗੀ। ਉਧਰ ਵੀ ਜਾਓ, ਘਰ ਦੇ ਵਿੱਚ ਵੀ ਪਾਣੀ ਪਿਆਓ। ਧਾਰਮਿਕ ਥਾਵਾਂ ਤੇ ਚੜਾਏ ਹੋਏ ਏਸੀ ਕਿਸੇ ਕੰਮ ਦੇ ਨਹੀਂ, ਜੇਕਰ ਘਰ 'ਚ ਬਜ਼ੁਰਗ ਗਰਮੀ ਦੇ ਵਿੱਚ ਤੂੜੀ ਵਾਲੇ ਕੋਠਿਆਂ ਦੇ ਵਿੱਚ ਪਏ ਹੋਏ ਨੇ। ਧਾਰਮਿਕ ਥਾਵਾਂ ਤੇ ਲਗਾਏ ਹੋਏ ਲੰਗਰ ਕਿਸੇ ਕੰਮ ਦੇ ਨਹੀਂ, ਜੇਕਰ ਘਰ ਦੇ ਵਿੱਚ ਬਜ਼ੁਰਗ ਰੋਟੀ ਨੂੰ ਤਰਸ ਰਹੇ ਨੇ। ਘਰ 'ਚ ਹੀ ਧਰਮ ਹੈ, ਘਰ ਦੇ ਵਿੱਚ ਹੀ ਧਾਰਮਿਕ ਥਾਂ ਹੈ, ਇਹਨਾਂ ਬਜ਼ੁਰਗਾਂ ਦੇ ਵਿੱਚ ਸਭ ਕੁਝ ਹੈ, ਸੋ ਇਹਨਾਂ ਦੀ ਕਦਰ ਕਰਿਆ ਕਰੋ। ਸਾਨੂੰ ਸਿੱਖ ਧਰਮ ਜਾਂ ਕੋਈ ਵੀ ਧਰਮ ਆ, ਉਹ ਮਨੁੱਖਤਾ ਦੇ ਭਲੇ ਦੀ ਗੱਲ ਦੱਸਦੇ ਆ। ਮੈਂ ਕਦੇ ਨਾ ਦੁਖੀ ਹੁੰਨਾ ਇਸ ਗੱਲ ਦੇ ਉੱਤੇ ਵੀ ਅਸੀਂ ਘਰ ਦੇ ਵਿੱਚ ਜਾਂ ਆਂਢ ਗੁਆਂਢ ਦੇ ਵਿੱਚ ਜੋ ਕੁਝ ਗਲਤ ਹੋ ਰਿਹਾ, ਜਾਂ ਜੇਕਰ ਕਿਸੇ ਨੂੰ ਕੋਈ ਦੁੱਖ ਆ,
ਉਹਦੇ ਨਾਲ ਖੜਨ ਦੀ ਥਾਂ ਦੇ ਉੱਤੇ ਤੇ ਅਸੀਂ ਦਿਖਾਵਾ ਕਰਨ ਵਾਲਾ ਜਾਂਦੇ ਆ। ਸੋ ਦਿਖਾਵੇ ਦੀ ਕੋਈ ਲੋੜ ਨਹੀਂ। ਜੇ ਅਸੀਂ ਮੰਨਦੇ ਵੀ ਰੱਬ ਹੈਗਾ, ਜੇ ਹੈਗਾ ਤਾਂ ਉਹ ਆਪੇ ਹੀ ਦੇਖਦਾ। ਬਿਲਕੁਲ ਸਹੀ ਇਹ ਹੈ। ਖਬਰ ਲਵਾਉਣ ਦੇ ਨਾਲ ਨਹੀਂ ਪਤਾ ਲੱਗਣਾ ਇਹ ਭਾਈ 4 ਕੇਲੇ ਵੰਡੇ ਗਰੀਬਾਂ ਨੂੰ। ਚਲੋ ਖੈਰ ਆਪਾਂ ਅੱਗੇ ਵਧੀਏ ਟਾਣਾ ਸਾਹਿਬ, ਗੱਲ ਕਰਦੇ ਆ। ਕੀ ਮੈਂ ਕਹਾਂ ਹੁਣ, ਮੇਰਾ ਤਾਂ ਨਾਂ ਲੈਣ ਨੂੰ ਵੀ ਨਹੀਂ ਜੀ ਕਹਿ ਦੋ ਕੋਈ ਨਹੀਂ, ਮੈਂ ਇਤਰਾਜ਼ ਨਹੀਂ ਕਰਦਾ। ਨਹੀਂ ਤੁਹਾਨੂੰ ਤਾਂ ਕਾਹਦਾ ਹੋਣਾ ਹੈ। ਚਲੋ ਕੰਗਣਾ ਦੀ ਗੱਲ ਕਰਦੇ ਆ। ਲੈ ਕੰਗਣਾ ਰਣੌਤ ਦੀ ਗੱਲ ਕਿਉਂ ਨਾ ਕਰਗੇ ਜੀ, ਉਹ ਗੈਲੀਲੀਓ ਦੀ ਛੋਟੀ ਕੁੜੀ ਆ। ਮੈਨੂੰ ਤਾਂ ਆਇਨਸਟਾਈਨ ਦੀ ਵੀ ਰਿਸ਼ਤੇਦਾਰ ਲੱਗਦੀ ਹੈ। ਉਹਨੇ ਬਹੁਤ ਵੱਡੀ ਖੋਜ ਕੀਤੀ ਆ। ਉਹ ਕਹਿੰਦੀ ਵੀ ਭਾਰਤ ਦਾ ਨਾਂ ਨਾ ਇਹ ਇੰਡੀਆ ਨਹੀਂ ਹੋਣਾ ਚਾਹੀਦਾ। ਅੱਛਾ, ਇਹ ਗੁਲਾਮੀ ਦਾ ਪ੍ਰਤੀਕ ਆ। ਇਹ ਜਿਹੜਾ ਇੰਡੀਆ ਇਹ ਸਾਨੂੰ ਅੰਗਰੇਜ਼ ਨਾਂ ਦੇ ਕੇ ਗਏ ਆ। ਅੱਛਾ ਜੀ, ਇਹਦਾ ਨਾਂ ਹੋਣਾ ਚਾਹੀਦਾ ਭਾਰਤ। ਇਹਦੇ ਵਿੱਚੋਂ ਸਾਡੀ ਸੰਸਕ੍ਰਿਤੀ, ਸਾਡੇ ਸੱਭਿਆਚਾਰ, ਸਾਡੇ ਅਤੀਤ, ਸਾਡੇ ਇਤਿਹਾਸ ਦੇ ਝਲਕਾਰੇ ਪੈਣਗੇ ਤੇ ਅਸੀਂ ਆਪਦੇ ਵੇਦਾਂ ਦੇ ਨਾਲ, ਅਸੀਂ ਆਪਣੇ ਧਰਮ ਗ੍ਰੰਥਾਂ ਦੇ ਨਾਲ, ਅਸੀਂ ਆਪਣੀਆਂ ਪਰੰਪਰਾਵਾਂ ਦੇ ਨਾਲ ਜੁੜੇ ਰਵਾਂਗੇ। ਜੇਕਰ ਅਸੀਂ ਭਾਰਤ ਕਹਿੰਦੇ ਆ, ਇੰਡੀਆ ਦੇ ਵਿੱਚੋਂ ਗੁਲਾਮੀ ਦੀ ਪ੍ਰਤੀਕ ਹੋਣ ਦੀ ਗੱਲ ਨਿਕਲਦੀ ਆ। ਆਪਾਂ ਆਪਣੇ ਧਰਮ ਦੇ ਨਾਲ, ਆਪਣੇ ਵੇਦਾਂ ਦੇ ਨਾਲ, ਆਪਣੇ ਗ੍ਰੰਥਾਂ ਦੇ ਨਾਲ ਤਾਂ ਵੀ ਜੁੜ ਸਕਦੇ ਹਾਂ ਜੇਕਰ ਜ਼ੁਬਾਨ ਨੂੰ ਲਗਾਮ ਲਗਾਉਣੀ ਸਿੱਖੀਏ। ਕੋਈ ਵੀ ਧਰਮ, ਕੋਈ ਗ੍ਰੰਥ, ਕੋਈ ਵੇਦ ਇਦਾਂ ਨਹੀਂ ਸਿਖਾਉਂਦਾ ਕਿ ਤੁਸੀਂ ਕਿਸੇ ਦੇ ਬਾਰੇ ਵੀ ਫਾ ਟਿੱਪਣੀ ਕਰਦੇ ਰਹੋ। ਸੋ ਪਹਿਲਾਂ ਆਪਾਂ ਨੂੰ ਆਪਣੇ ਅੰਦਰ ਪਰਿਵਰਤਨ ਲਿਆਉਣਾ ਚਾਹੀਦਾ, ਫਿਰ ਨਾ ਪਰਿਵਰਤਨ ਕਰ ਦੇਵਾਂਗੇ। ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਪਤਾ ਨਹੀਂ ਇਹਨਾਂ ਨੇ ਇਤਿਹਾਸ ਕਿੰਨਾ ਕੁ ਪੜ੍ਹਿਆ ਤੇ ਕਿੰਨੇ ਕੇ ਜਾਣੂ ਨੇ ਇਤਿਹਾਸ ਤੋਂ, ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇੰਡੀਆ ਨਾ ਕਿੱਥੋਂ ਪਿਆ ਸੀ? ਸਿੰਧ ਘਾਟੀ ਤੋਂ, ਸਿੰਧ ਨਦੀ ਤੋਂ। ਇਹ ਅਸਲ ਦੇ ਵਿੱਚ ਇੰਡੀਆ ਦਾ ਸ਼ਾਬਦਿਕ ਅਰਥ ਜਿਹੜਾ ਆ ਉਹ ਹੈ ਕਿ ਸਿੰਧ ਨਦੀ ਦੇ ਪੂਰਬ ਵੱਲ ਦੇ ਲੋਕ। ਉਹ ਵੀ ਇਹਨੇ ਦੱਸਿਆ ਸੋਸ਼ਲ ਮੀਡੀਆ ਦੇ ਉੱਤੇ। ਕੰਗਣਾ ਰਣੌਤ ਨੇ ਇੱਕ ਪੋਸਟ ਪਾਈ ਆ, ਉਹਦੇ ਵਿੱਚ ਗੱਲ ਕਹੀ ਆ ਜੀ। ਇਹ ਆਪਾਂ ਸਾਰਿਆਂ ਨੇ ਇਤਿਹਾਸ 'ਚ ਪੜ੍ਹਿਆ ਟਾਣਾ ਸਾਹਿਬ ਕਿ ਇੰਡਸ ਵੈਲੀ ਤੋਂ ਇਹ ਨਾ ਇੰਡੀਆ ਪਿਆ ਸੀ, ਹਨਾ। ਤੇ ਇਹਨਾਂ ਨੂੰ ਜੇ ਇੰਨਾ ਹੀ ਨਾ ਪਰਿਵਰਤਨ ਕਰਨ ਦਾ ਸ਼ੌਂਕ ਹੈ ਤਾਂ ਲੋਕਾਂ ਨੇ ਤਾਂ ਇਹਨਾਂ ਦੇ ਵੀ ਨਾਂ ਬਹੁਤ ਰੱਖੇ ਨੇ। ਫਿਰ ਪਹਿਲਾਂ ਆਪਣਾ ਬਦਲ ਲੈਣ, ਬਾਕੀ ਚੀਜ਼ਾਂ ਦਾ ਫਿਰ ਬਦਲਿਆ ਜਾਏਗਾ। ਬਿਲਕੁਲ ਸਹੀ ਗੱਲ ਆ ਜੀ। ਤੇ ਬੀਬੀ ਨੇ ਭਾਰਤ ਦਾ ਵੀ ਸੰਸਕ੍ਰਿਤਿਕ ਅਰਥ ਜਿਹੜਾ ਉਹ ਦੱਸਿਆ। ਉਹ ਕਹਿੰਦੀ ਕਿ ਭਾ ਦਾ ਮਤਲਬ ਹੁੰਦਾ ਭਾਵ, ਰਾ ਦਾ ਮਤਲਬ ਹੁੰਦਾ ਰਾਗ, ਰਾ ਤੋਂ ਰਾਗ, ਤੇ ਤ ਦਾ ਮਤਲਬ ਹੈਗਾ ਤਾਲ ਜੀ। ਕਹਿੰਦੀ ਵੀ ਅਸਲ 'ਚ ਭਾਰਤ ਦਾ ਸੰਸਕ੍ਰਿਤਿਕ ਜਿਹੜਾ ਇਹ ਸ਼ਬਦ ਹੈਗਾ ਤੇ ਇਹਦੇ ਆ ਸਾਰੇ ਅਰਥ ਨੇ। ਇਸ ਲਈ ਸਾਨੂੰ ਕੋਈ ਇਤਰਾਜ਼ ਨਹੀਂ ਇੰਡੀਆ ਦਾ ਨਾਂ ਭਾਰਤ ਹੋਵੇ। ਵੈਸੇ ਵੀ ਮੈਂ ਤਾਂ ਭਾਰਤ ਹੀ ਕਹਿਣਾ, ਮੈਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਗੱਲ ਇਹ ਆ ਵੀ ਅਸੀਂ ਕੀ ਸੱਭਿਅਕ ਮਨੁੱਖ ਹਾਂ? ਕੀ ਅਸੀਂ ਜਿਹੜੀ ਵੀ ਧਰਤੀ ਦੇ ਉੱਤੇ ਰਹਿੰਦੇ ਆ ਉਹਦੇ ਪ੍ਰਤੀ ਜ਼ਿੰਮੇਵਾਰ ਹਾਂ? ਕੀ ਅਸੀਂ ਮਨੁੱਖ ਹੋਣ ਦੇ ਨਾਤੇ ਆਪਣੇ ਫਰਜ਼ ਪੂਰੇ ਕਰਦੇ ਆ? ਇਹ ਭਾਵੇਂ ਮਿਜ਼ੋਰਮ ਦੇ ਵਿੱਚ ਬੰਦਾ ਰਹਿੰਦਾ ਹੋਵੇ ਤੇ ਭਾਵੇਂ ਭਾਰਤ ਦੇ ਵਿੱਚ ਰਹਿੰਦਾ ਹੋਵੇ, ਇਹ ਉਹਨਾਂ ਦੇ ਉੱਤੇ ਗੱਲ ਬਰਾਬਰ ਦੀ ਲਾਗੂ ਹੁੰਦੀ ਹੈ। ਬਿਲਕੁਲ ਸਹੀ। ਪਰ ਗੱਲ ਅਸਲ ਦੇ ਵਿੱਚ ਇਹ ਵੀ ਕੰਗਣਾ ਰਣੌਤ ਇਸ ਗੱਲ ਨੂੰ ਭੁੱਲ ਗਈ ਹੈ ਕਿ ਮੈਂ ਫਿਲਮਾਂ ਦੇ ਵਿੱਚ ਵੀ ਕੰਮ ਕਰਦੀ ਰਹੀ ਆ। ਕਿਉਂਕਿ ਲੰਮੇ ਸਮੇਂ ਤੋਂ ਕੰਮ ਹੀ ਨਹੀਂ ਕੀਤਾ। ਕੰਮ ਤਾਂ ਆਪਾਂ ਇਹੋ ਜਿਹੇ ਕੀਤੇ ਆ, ਕਦੇ ਉਹਦੇ 'ਚ ਨੁਕਸ ਕੱਢਤਾ, ਕਦੇ ਉਹਨੂੰ ਕੁਝ ਕਹਿਤਾ ਜੀ। ਪਿਛਲੇ ਦਿਨੀ ਤਾਂ ਉਹਨੇ ਇੱਕ ਪੋਸਟ ਪਾ ਕੇ ਗੱਲ ਕਹੀ, ਕਹਿੰਦੀ ਵੀ ਐਤਕੀ ਤਾਂ ਮੇਰੇ ਕੋਲ ਟੈਕਸ ਜਮ੍ਹਾਂ ਕਰਾਉਣ ਦੇ ਪੈਸੇ ਹੈ ਨਹੀਂ ਤੇ ਕੰਮ ਕਰਾਂਗੀ ਤਾਂ ਟੈਕਸ ਭਰਾਂਗੀ। ਹੁਣ ਗੱਲ ਇਹ ਆ ਵੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਜੋ ਕਮਾਉਂਦੇ ਆ ਆਥੜ ਨੂੰ ਮਸਾਂ ਉਹਦੇ ਨਾਲ ਗੁਜ਼ਾਰਾ ਕਰਦੇ ਆ, ਪਰ ਉਹ ਵੀ ਇੰਨਾ ਨਹੀਂ ਬੋਲਦੇ। ਤੇਰੇ ਤਾਂ ਟੈਕਸ ਹੀ ਏਦਾਂ ਰਹਿੰਦਾ, ਤੂੰ ਫਿਰ ਵੀ ਬੋਲੀ ਜਾਂਦੀ ਆ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਤੁਸੀਂ ਇਹ ਤਾਂ ਤੁਹਾਨੂੰ ਪਤਾ ਹੈ ਵੀ ਇਹਦਾ ਅਰਥ ਗੁਲਾਮੀ ਹੈ, ਇਹਦਾ ਅਰਥ ਫਲਾਣ ਹੈ, ਢੀਂਗ ਹੈ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਭਾਰਤ ਦਾ ਹਰ ਇੱਕ ਮਨੁੱਖ, ਭਾਰਤ ਦਾ ਹਰ ਇੱਕ ਵਾਸੀ ਬਰਾਬਰਤਾ ਦਾ ਹੱਕ ਰੱਖਦਾ ਹੈ। ਭਾਰਤ ਦੇ ਵਿੱਚ ਹਰ ਇੱਕ ਧਰਮ ਦੀ ਇੱਜ਼ਤ ਹੋਣੀ ਚਾਹੀਦੀ ਹੈ। ਹਰ ਕਿਸੇ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ, ਨਾ ਕਿ ਸਿਰਫ ਸਰਕਾਰਾਂ ਦੇ ਗੁਣਗਾਨ ਕਰਕੇ Y+ ਸਿਕਿਉਰਿਟੀ ਮਿਲਣੀ ਚਾਹੀਦੀ ਹੈ। ਭਾਰਤ ਦੇ ਵਿੱਚ ਕਿਤੇ ਵੀ ਲਿੰਗ ਦੇ ਆਧਾਰ ਦੇ ਉੱਤੇ, ਨਾਂ ਦੇ ਆਧਾਰ ਤੇ, ਜਾਤ ਬਰਾਦਰੀ ਦੇ ਨਾਂ ਦੇ ਉੱਤੇ ਭੇਦਭਾਵ ਨਹੀਂ ਹੁੰਦਾ ਤੇ ਤੁਸੀਂ ਹਮੇਸ਼ਾ ਤੇ ਹਮੇਸ਼ਾ ਭੇਦਭਾਵ ਵਾਲੀ ਗੱਲ ਕਰਦੇ ਹੋ। ਤੁਸੀਂ ਐਵੇਂ ਕਿਸੇ ਨੂੰ ਵੀ ਅੱਤਵਾਦੀ ਕਹਿ ਦਿੰਦੇ ਹੋ, ਤੁਸੀਂ ਐਵੇਂ ਕਿਸੇ ਦੇ ਬਾਰੇ 'ਚ ਕੁਝ ਵੀ ਕਹਿ ਦਿੰਦੇ ਹੋ। ਇਸ ਲਈ ਜੇਕਰ ਤੁਸੀਂ ਭਾਰਤ ਦਾ ਅਰਥ ਕੱਢਿਆ ਹੈ ਤਾਂ ਪਹਿਲਾਂ ਸਾਡਾ ਭਾਰਤ ਦਾ ਜੋ ਸੰਵਿਧਾਨ ਕਹਿੰਦਾ ਹੈ ਸਾਨੂੰ, ਜੋ ਸਾਨੂੰ ਹੱਕ ਮਿਲੇ ਨੇ, ਜੋ ਫਰਜ਼ ਮਿਲੇ ਨੇ, ਉਹਦੇ ਬਾਰੇ 'ਚ ਵੀ ਪੂਰੀ ਜਾਣਕਾਰੀ ਹਾਸਲ ਕਰ ਲਓ। ਤੁਹਾਡਾ ਦਫ਼ਤਰ ਟੁੱਟੇ ਤਾਂ ਖੌਰੂ ਪਾਉਣੇ ਤੋਂ ਹੱਥੜੇ ਮਾਰ-ਮਾਰ ਪਿੱਟਦੇ ਹੋ ਤੇ ਲੋਕਾਂ ਦੇ ਦਿਲ ਟੁੱਟਦੇ ਤੁਹਾਡੀਆਂ ਗੱਲਾਂ ਦੇ ਨਾਲ, ਉਦੋਂ ਪਰਵਾਹ ਹੀ ਕੋਈ ਨਹੀਂ। ਨਾ ਉਦੋਂ ਕਹਿੰਦੇ ਸਾਡਾ ਤਾਂ ਮਤਲਬ ਇਹ ਹੱਕ ਹੈ ਨਾ, ਅਸੀਂ ਕੁਝ ਵੀ ਕਹਿ ਸਕਦੇ ਹਾਂ ਕਿਉਂਕਿ ਸਾਨੂੰ ਥਾਪੜੇ ਮਿਲੇ ਹੋਏ ਨੇ। ਹੋਰ ਕੋਈ ਕਵੇ ਤਾਂ ਉਹ ਦੇਸ਼ ਧਰੋਹੀ ਹੋ ਜਾਂਦਾ ਹੈ। ਅਸੀਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿ ਸਕਦੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨਜੀਤ, ਸਿੰਘੂ ਬਾਰਡਰ ਦੇ ਉੱਤੇ ਨਾ ਇੱਕ ਗੋਲਡਨ ਹਟ ਨਾਮੀ ਹੋਟਲ ਆ ਜੀ, ਆਪਾਂ ਦੇਖਿਆ ਸੀ ਜਦੋਂ ਗਏ ਸੀਗੇ। ਬਿਲਕੁਲ। ਤੇ ਉਸ ਹੋਟਲ ਦੇ ਮਾਲਕ ਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਗੱਲ ਹੋ ਗਈ? ਕਿਉਂਕਿ ਇੱਕ ਹੋਟਲ ਉਹਨਾਂ ਦਾ ਕੁਰੂਕਸ਼ੇਤਰ ਦੇ ਵਿੱਚ ਵੀ ਆ ਜੀ, ਤੇ ਸਰਕਾਰ ਨੇ ਮੂਹਰੇ ਉਹਦੇ ਬੈਰੀਕੇਡ ਲਾਤੇ ਤੇ ਜਾਂਦੇ ਹੋਏ ਉਹਨਾਂ ਦੇ ਹੋਟਲ ਵੱਲ ਸਾਰੇ ਰਾਹ ਬੰਦ ਕਰਤੇ ਆ। ਹੁਣ ਗੁਰਨਾਮ ਸਿੰਘ ਚੜੂਨੀ ਨੇ, ਕਈ ਹੋਰ ਕਲਾਕਾਰਾਂ ਨੇ ਗੋਲਡਨ ਹੱਟ ਦੇ ਮਾਲਕ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਕਿਉਂਕਿ ਜਿਹੜੇ ਇਹ ਗੋਲਡਨ ਹੱਟ ਦੇ ਮਾਲਕ ਆ ਨਾ, ਇਹਨਾਂ ਨੇ ਪਿਛਲੇ 7 ਮਹੀਨਿਆਂ ਦੇ ਵਿੱਚ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਨੂੰ ਪਾਣੀ, ਦੁੱਧ, ਲੰਗਰ, ਰਿਹਾਇਸ਼ ਸਭ ਕੁਝ ਮੁਹੱਈਆ ਕਰਵਾਇਆ। ਤੇ ਇਸੇ ਕਰਕੇ ਕਹਿੰਦੇ ਵੀ ਸਰਕਾਰ ਦੇ ਪਿੱਤ ਜੀ ਨਿਕਲੀ ਆ। ਉਹ ਕਹਿੰਦੇ ਵੀ ਨਾ ਐ ਥੋੜੀ ਹੁੰਦਾ, ਅਸੀਂ ਤੇਰਾ ਹੋਟਲ ਬੰਦ ਕਰ ਦਿਆਂਗੇ। ਨਹੀਂ ਪਰ
ਮੈਨੂੰ ਸਮਝ ਨਹੀਂ ਆਈ ਟਾਣਾ ਸਾਹਿਬ, ਨਾਲੇ ਤਾਂ ਮੁੱਠੀ ਭਰ ਕਿਸਾਨ, ਨਾਲੇ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਸਮਝ ਨਹੀਂ ਆਈ, ਤੇ ਤੁਸੀਂ ਖੇਤੀ ਕਾਨੂੰਨ ਸਮਝਾਉਣ ਵੱਲ ਜ਼ੋਰ ਦਿਓ ਨਾ, ਇਦਾਂ ਦੇ ਕੰਮ ਕਰਨ ਵੱਲ ਜ਼ੋਰ ਕਿਉਂ ਦੇ ਰਹੇ ਹੋ? ਜਦੋਂ ਕਿਸੇ ਬੰਦੇ ਨੂੰ ਪਤਾ ਹੋਏ ਵੀ ਮੈਂ ਸਹੀ ਹਾਂ, ਮੈਂ ਸੱਚਾ ਹਾਂ, ਤੇ ਉਹ ਕਦੇ ਵੀ ਇਹੋ ਜਿਹੀਆਂ ਕੁਝੀਆਂ ਹਰਕਤਾਂ ਨਹੀਂ ਕਰਦਾ। ਉਹ ਫਿਰ ਆਪਣੇ ਕੰਮ ਦੇ ਨਾਲ ਜਵਾਬ ਦਿੰਦਾ ਹੈ, ਉਹ ਫਿਰ ਤੁਹਾਨੂੰ ਆਪਣੀ ਗੱਲ ਤਰਕ ਨਾਲ ਸਮਝਾ ਕੇ ਜਵਾਬ ਦਿੰਦਾ ਹੈ। ਆਹ ਕਿਹੜੇ ਕੰਮ ਹੋਏ ਵੀ ਤੁਸੀਂ ਜੇਕਰ ਕੋਈ ਹੱਕ ਦੇ ਵਿੱਚ ਆਉਂਦਾ ਤਾਂ ਉਹਦੇ ਨਾਲ ਆਹ ਸਲੂਕ ਕਰਦੇ ਹੋ, ਜੇਕਰ ਕੋਈ ਤੁਹਾਡੇ ਹੱਕ ਚ ਆਉਂਦਾ ਤਾਂ ਉਹਨੂੰ ਤੁਸੀਂ ਸਿਕਿਉਰਿਟੀਆਂ ਵੀ ਦੇ ਦਿੰਦੇ ਹੋ। ਰਣਜੀਤ ਬਾਵੇ ਨੇ ਵੀ ਇਸ ਮਾਮਲੇ ਦੇ ਉੱਤੇ ਗੱਲ ਕੀਤੀ ਆ। ਉਹ ਕਹਿੰਦੇ ਵੀ ਅਸੀਂ ਪਹਿਲਾਂ ਵੀ ਨਾਲ ਖੜੇ ਸੀ ਗੋਲਡਨ ਹੱਟ ਦੇ ਮਾਲਕ ਦੇ, ਅੱਜ ਵੀ ਖੜੇ ਆ। ਸਾਰੇ ਕਲਾਕਾਰਾਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ, ਸਮੁੱਚੇ ਹਰਿਆਣਵੀ ਭੈਣਾਂ ਵੀਰਾਂ ਨੂੰ ਨਾਲ ਖੜਨਾ ਚਾਹੀਦਾ। ਤੇ ਗੱਲ ਸਹੀ ਆ, ਨਾਲ ਤਾਂ ਖੜਨਾ ਚਾਹੀਦਾ, ਪਰ ਕੋਈ ਨਾ ਕੋਈ ਆਇਆ ਲੋ ਛੁਰਲੀ ਛੱਡ ਜਾ ਜਿਹੜਾ ਕਹੂਗਾ ਰਣਜੀਤ ਬਾਵਾ ਨੂੰ ਤਾਂ ਫੰਡਿੰਗ ਹੁੰਦੀ ਹੈ। ਰਣਜੀਤ ਬਾਵਾ ਤਾਂ ਗਲਤ ਹੱਥਾਂ ਵਿੱਚ ਖੇਡਦਾ ਹੈ, ਇਹ ਵਿਦੇਸ਼ੀ ਵਿਰੋਧੀ ਤਾਕਤਾਂ ਦਾ ਹੱਥ ਹੈ। ਇਹ ਜੀ ਰਣਜੀਤ ਬਾਵੇ ਦੀ ਸੋਚ ਨਹੀਂ ਸਹੀ, ਇਹ ਬਸ ਭਟਕਾਉਣ ਦਾ ਕੰਮ ਕਰਦਾ ਹੈ। ਆਇਆ ਲੋ ਕੋਈ ਨਾ ਕੋਈ ਬੁੱਧੀਜੀਵੀ। ਲੈ ਮੈਨੂੰ ਲੱਗਦਾ ਜਦ ਹੀ ਆਪਣਾ ਪ੍ਰੋਗਰਾਮ ਦਰਸ਼ਕਾਂ ਤੱਕ ਪਹੁੰਚਣਾ ਉਹਦਾ ਤੱਕ ਆ ਹੀ ਜਾਣਾ ਕੋਈ ਨਾ ਕੋਈ, ਕਿਉਂਕਿ ਵੈਸੇ ਵੀ ਸਾਨੂੰ ਤਾਂ ਆਦਤ ਹੈ ਨਾ, ਅਸੀਂ ਸਿਆਣਪ ਵੱਧ ਖਿਲਾਰਦੇ ਹਾਂ। ਬਿਲਕੁਲ ਸਹੀ ਗੱਲ ਆ। ਤੇ ਬਾਵੇ ਨੇ ਬਹੁਤ ਸਾਰੇ ਚੰਗੇ ਗੀਤ ਗਾਏ, ਬਾਵੇ ਨੇ ਕਿਸਾਨੀ ਦੇ ਹੱਕ ਦੇ ਵਿੱਚ ਬਹੁਤ ਸਾਰੀ ਗੱਲ ਕੀਤੀ। ਮੈਂ ਨਾ ਕੰਵਰ ਗਰੇਵਾਲ ਦੇ ਨਾਲ ਗੱਲ ਕੀਤੀ ਤੇ ਕੰਵਰ ਨੇ ਨਾ ਇਹ ਗੱਲ ਕਹੀ ਜੀ ਕਿ ਮੈਂ ਇਸ ਵੇਲੇ ਵੀ ਟਿੱਕਰੀ ਬਾਰਡਰ ਦੇ ਉੱਤੇ ਆ ਜੀ। ਇਹ ਗੱਲ ਹੋਈ ਸੀ ਪਰਸੋਂ ਮੇਰੀ। ਉਹ ਕਹਿੰਦਾ ਬਾਈ ਜੀ ਦੇਖੋ ਇੱਥੇ ਨਾ ਇਕੱਠ ਆ ਜਿਹੜਾ ਉਹ ਘਟਿਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ, ਪਰ ਇਹਦਾ ਕਾਰਨ ਇਹ ਵੀ ਹੈ ਵੀ 7 ਮਹੀਨੇ ਹੋ ਗਏ ਤੇ ਲੋਕ ਆਪੋ ਆਪਣੇ ਕੰਮਾਂ ਨੂੰ ਗਏ ਹੋਏ ਆ। ਪਰ ਬੇਨਤੀ ਇਹ ਆ ਵੀ ਜੇ ਪੰਜਾਬ ਦੀ ਆਬਾਦੀ 3 ਕਰੋੜ ਆ ਨਾ, ਉਹਦਾ 1% ਹਿੱਸਾ ਹੀ ਪੰਜਾਬੀ ਇੱਥੇ ਪਹੁੰਚ ਜਾਣ, 1% ਹਿੱਸਾ ਹੀ ਹਰਿਆਣਵੀ ਇੱਥੇ ਪਹੁੰਚ ਜਾਣ ਤਾਂ ਇਹ ਇਕੱਠ ਪਹਿਲਾਂ ਵਾਂਗੂ ਹੋ ਜਾਊਗਾ। ਤੇ ਬਾਈ ਜੀ ਜੇਕਰ ਆਪਾਂ ਕੱਲੀਆਂ ਰਾਇਆਂ ਦਿੱਤੀਆਂ ਨਾ ਵੀ ਇਉਂ ਨਹੀਂ ਇਉਂ ਹੋ ਜਾਣਾ ਚਾਹੀਦਾ, ਆਹ ਗਲਤ ਆ ਤੇ ਆਹ ਸਹੀ ਆ, ਇਹ ਤਾਂ ਜੀ ਇਉਂ ਹੈ, ਇਹ ਤਾਂ ਜੀ ਫਲਾਣਾ ਹੈ। ਤੇ ਮੈਨੂੰ ਉਹਨਾਂ ਦੀ ਇੱਕ ਗੱਲ ਚੰਗੀ ਲੱਗੀ, ਕਹਿੰਦਾ ਵੀ ਮੇਰੇ ਉੱਤੇ ਵੀ ਕਈਆਂ ਨੇ ਸ਼ਬਦਕ ਵਾਰ ਕੀਤੇ ਜੀ। ਉਹ ਕਦੇ ਜੀ ਪੇਚਾ ਪੈ ਗਿਆ ਸੈਂਟਰ ਨਾਲ, ਇਸ ਗੱਲ ਦੇ ਉੱਤੇ ਕਈਆਂ ਨੇ ਕਿਹਾ ਜੀ ਕਿ ਇਹ ਤਾਂ ਜਾਣਬੁੱਝ ਕੇ ਭੜਕਾਉਂਦਾ ਹੈ, ਇਹ ਤਾਂ ਐ ਹੈ। ਜੇ ਕਹਿੰਦਾ ਮੈਂ 4 ਦਿਨ ਨਾ ਆਵਾਂ ਨਾ ਤੇ ਮੇਰੇ ਬਾਰੇ ਵੀ ਪੂਰਾ ਸਰਟੀਫਿਕੇਟ ਤਿਆਰ ਕਰੀ ਬੈਠੇ ਹੁੰਦੇ ਆ, ਲਓ ਜੀ ਭੱਜ ਗਿਆ ਹੈ, ਇਹ ਤਾਂ ਫਲਾਣਾ ਹੈ, ਤੇ ਆਪ ਬੰਦਾ 4 ਘੰਟੇ ਨਹੀਂ ਗਿਆ ਹੁੰਦਾ ਕਦੇ। ਸੋ ਇਸ ਕਰਕੇ ਉੱਥੇ ਇਕੱਠੇ ਹੋ ਗਏ, ਤੇ ਜੇ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਤਾਂ ਫਿਰ ਉੱਥੇ ਲੱਖਾਂ ਦਾ ਇਕੱਠ ਹੋਣਾ ਚਾਹੀਦਾ। ਬਿਲਕੁਲ ਸਹੀ ਆ। ਅਸੀਂ ਇਹ ਤਾਂ ਕਹੀ ਜਾਂਦੇ ਆ ਵੀ ਐ ਹੈ ਨਹੀਂ, ਐ ਹੈ ਨਹੀਂ, ਐ ਹੈ ਨਹੀਂ, ਤੇ ਪਰ ਆਪਾਂ ਕੀ ਕਰ ਰਹੇ ਆ? ਗੱਲ ਇਹ ਹੈ ਸਭ ਤੋਂ ਵੱਡੀ, ਜੋ ਸ਼ੁਰੂਆਤ ਦੇ ਵਿੱਚ, ਸ਼ੁਰੂਆਤੀ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਮਾ ਕੇ ਲੋਕ ਜਿਹੜੇ ਆ ਉਹ ਗਏ ਸੀ ਬਾਰਡਰਾਂ ਵੱਲ ਨੂੰ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਫਿਰ ਤੋਂ, ਠੀਕ ਹੈ ਕੰਮਕਾਜ ਹੁੰਦੇ ਨੇ, ਪਰ ਜਿਵੇਂ ਪਹਿਲਾਂ ਸੀ ਕਿ ਜੇਕਰ ਸਾਡੇ ਘਰ ਦੇ 5 ਜੀ ਨੇ ਤਾਂ ਪਿੱਛੋਂ 3 ਰਹਿ ਲੈਣ, 2 ਤਾਂ ਜਾਣ ਘੱਟੋ ਘੱਟ, ਜੇ ਘਰ ਦੇ 4 ਜੀ ਨੇ ਤਾਂ 2 ਰਹਿ ਲੈਣ, 2 ਤਾਂ ਜਾਣ ਘੱਟੋ ਘੱਟ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਸ ਲੜਾਈ ਨੂੰ ਇਕੱਠੇ ਹੋ ਕੇ ਲੜੀਏ, ਇੱਕ ਦੂਜੇ ਦੇ ਖਿਲਾਫ ਨਾ ਲੜੀਏ। ਜਿਵੇਂ ਆਪਾਂ ਘਰ ਦੇ ਵਿੱਚ ਲੜਦੇ ਆ, ਜਾਂ ਆਪਾਂ ਗਲੀ ਗਵਾਂਢ ਦੇ ਵਿੱਚ ਲੜਦੇ ਆ, ਜਾਂ ਜਿਵੇਂ ਅਸੀਂ ਆਪਦੀ ਧਾਰਨਾ ਬਣਾ ਕੇ ਕੱਲੀ ਫੇਸਬੁੱਕ ਤੇ ਲੜਦੇ ਆ, ਉਵੇਂ ਜੇਕਰ ਲੜਨ ਦਾ ਹੀ ਸਾਨੂੰ ਸ਼ੌਕ ਆ ਨਾ ਤਾਂ ਫਿਰ ਅਸੀਂ ਜਾ ਕੇ ਬਾਰਡਰ ਦੇ ਉੱਤੇ ਹਕੂਮਤ ਦੇ ਧੱਕੇ ਦੇ ਖਿਲਾਫ ਲੜੀਏ। ਬਿਲਕੁਲ ਸਹੀ। ਲੋੜ ਇਸ ਵਕਤ ਇਸ ਗੱਲ ਦੀ ਆ ਵੀ ਅਸੀਂ ਲੜਾਈ ਦੀ ਪਰਿਭਾਸ਼ਾ ਨੂੰ ਵੀ ਸਮਝ ਗਏ, ਜਿਹੜੀ ਕਿ ਹਾਲੇ ਤੱਕ ਘੱਟ ਸਮਝੇ ਆ, ਪਰ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਆ ਸਲਾਮ। ਬਿਲਕੁਲ ਸਹੀ। ਚੱਜ ਦਾ ਵਿਚਾਰ। ਹਰਮਨ ਜੀ ਦੇਖੋ, ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਪੰਜਾਬੀ ਆ ਨਾ ਜੀ, ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਉਹਨਾਂ ਨੇ ਆਪਣੇ ਸਿਰੜ ਦੇ ਨਾਲ ਬਹੁਤ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਆ। ਪਰ ਉਦੋਂ ਸਿਰ ਨੀਵਾਂ ਹੋ ਜਾਂਦਾ ਜਦੋਂ ਸਾਡੇ ਵਿੱਚੋਂ ਕੁਝ ਕੁ ਪੰਜਾਬੀ ਮੈਂ ਕਹਿਣਾ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪੁਰਾਣੀਆਂ ਆਦਤਾਂ ਨਹੀਂ ਛੱਡਦੇ, ਭਾਵੇਂ ਉਹ ਵਿਦਿਆਰਥੀ ਦੇ ਰੂਪ ਦੇ ਵਿੱਚ ਹੋਣ ਤੇ ਭਾਵੇਂ ਉੱਥੇ ਕਾਰੋਬਾਰੀ ਦੇ ਤੌਰ ਦੇ ਉੱਤੇ ਹੋਣ। ਇਹ ਮਾੜੀਆਂ ਆਦਤਾਂ ਜਦੋਂ ਤਿਆਗਦੇ ਨਹੀਂ ਤੇ ਖਬਰ ਸਾਰਿਆਂ ਦੇ ਬਾਰੇ ਬਰਾਬਰ ਦੀ ਆਉਂਦੀ ਹੈ। ਬਿਲਕੁਲ ਸਹੀ। ਆ ਹੁਣ ਵੀ ਜਿਹੜੀ 1000 ਕਿਲੋ ਦੇ ਕਰੀਬ ਡਰੱਗ ਫੜੀ ਹੈ, ਨਸ਼ਾ ਫੜਿਆ ਕੈਨੇਡਾ ਦੇ ਵਿੱਚ ਪੁਲਿਸ ਨੇ, ਉਹਦੇ ਵਿੱਚ ਕਿੰਨੇ ਪੰਜਾਬੀਆਂ ਦੇ ਨਾਂ ਆਏ ਆ। ਤੇ ਦੁੱਖ ਹੋਇਆ ਸਾਨੂੰ ਇਸ ਗੱਲ ਦੇ ਉੱਤੇ ਵੀ ਇੱਥੋਂ ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਮਿਹਨਤ ਮੁਸ਼ੱਕਤ ਕਰਕੇ ਬੈਂਡ ਲੈ ਕੇ ਫੇਰ ਜਾਂਦੇ ਆ, ਤੇ ਮਿਹਨਤ ਮੁਸ਼ੱਕਤ ਕਰਨ ਵਾਲੇ ਪੰਜਾਬੀਆਂ ਦੇ ਉੱਤੇ ਵੀ ਇਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਆ। ਇਹ ਲੋਕ ਇੱਥੇ ਵੀ ਨਹੀਂ ਰੱਜੇ, ਇਹ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਬਾਹਰਲੇ ਮੁਲਕ ਜਾ ਕੇ ਵੀ ਨਹੀਂ ਰੱਜੇ, ਤੇ ਇਹਨਾਂ ਨੂੰ ਲਾਹਨਤ ਪਾਈਏ ਜਾਂ ਕੀ ਕਹੀਏ, ਮੈਨੂੰ ਸਮਝ ਨਹੀਂ ਆਉਂਦੀ। ਸਰ ਸਭ ਤੋਂ ਵੱਡੀ ਗੱਲ ਇਹ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਉਹਨਾਂ ਮੁਲਕਾਂ ਨੇ ਬਾਹਾਂ ਖਿਲਾਰ ਕੇ ਸਾਡਾ ਸਵਾਗਤ ਕੀਤਾ, ਸਾਨੂੰ ਚੰਗੀ ਜ਼ਿੰਦਗੀ ਦਿੱਤੀ। ਹਾਂ, ਅਸੀਂ ਮਿਹਨਤ ਵੀ ਬਹੁਤ ਕੀਤੀ, ਜਿਹਦੇ ਬਦਲੇ ਦੇ ਵਿੱਚ ਸਾਨੂੰ ਆ ਕੁਝ ਮਿਲਿਆ, ਪਰ ਅਸੀਂ ਕਿਉਂ ਆਪਣੀਆਂ ਗੰਦੀਆਂ ਆਦਤਾਂ ਨਹੀਂ ਛੱਡਦੇ? ਅਸੀਂ ਇਹ ਨਹੀਂ ਸੋਚਦੇ ਕਿ ਕਿਸੇ ਇੱਕ ਦੀ ਗਲਤੀ ਦਾ ਪ੍ਰਭਾਵ ਬਾਕੀ ਸਾਰੀ ਕਮਿਊਨਿਟੀ ਤੇ ਪੈਂਦਾ ਹੈ। ਦੇਖੋ, ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਕੈਨੇਡਾ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਆ, ਉਹਨਾਂ ਦੇ ਵਿੱਚੋਂ ਜੇਕਰ 2, 4, 5, 10% ਦੀ ਕੋਈ ਵੀ ਗਲਤੀਆਂ ਕਰਦੇ, ਸ਼ਰਾਰਤਾਂ ਕਰਦੇ ਆ, ਤਾਂ ਸਵਾਲ ਉੱਠਦਾ ਨਾ ਵੀ ਵਿਦਿਆਰਥੀ ਇਉਂ ਕਿਉਂ ਕਰਦੇ ਆ। ਹਾਲਾਂਕਿ ਸਾਰੇ ਵਿਦਿਆਰਥੀ ਤਾਂ ਗਲਤ ਨਹੀਂ ਹੁੰਦੇ, ਉਵੇਂ ਹੀ ਇਹ ਕੁਝ ਕੁ ਲੋਕ ਜਿਹੜੇ ਕਿ ਇੱਥੇ ਵੀ ਕਾਂਗਿਆਰੀ ਸੀ, ਬਾਹਰ ਜਾ ਕੇ ਵੀ ਕਾਂਗਿਆਰੀ ਆ, ਤੇ ਇਹਨਾਂ ਲੋਕਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਰਤੂਤਾਂ ਦੇ ਕਰਕੇ ਸਮੁੱਚਾ ਪੰਜਾਬੀ ਭਾਈਚਾਰਾ ਪਰੇਸ਼ਾਨ ਹੁੰਦਾ। ਉਹਦੇ ਉੱਤੇ ਸਵਾਲ ਖੜੇ ਹੁੰਦੇ ਆ ਵੀ ਆਪਾਂ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਆ
ਜਿੱਥੇ ਸਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ, ਪਰ ਛੇਤੀ ਅਮੀਰ ਬਣਨ ਦੇ ਚੱਕਰ ਦੇ ਵਿੱਚ ਵੀ ਸਾਡੇ ਕੋਲੇ ਲੱਖਾਂ ਡਾਲਰ ਆ ਜਾਣ, ਅਸੀਂ ਇਹੋ ਜਿਹੀਆਂ ਕਰਤੂਤਾਂ ਕਰਦੇ ਜਿਹਦੇ ਕਰਕੇ ਖਬਰਾਂ ਵੱਡੀਆਂ ਛਪਦੀਆਂ। ਬਿਲਕੁਲ ਸਹੀ। ਕੈਨੇਡਾ ਦੇ ਵਿੱਚ 20 ਦੇ ਨੇੜੇ ਲੋਕ ਜਿਹੜੇ ਆ 1000 ਕਿਲੋ ਨਸ਼ੇ ਸਮੇਤ ਗ੍ਰਿਫਤਾਰ ਕੀਤੇ ਗਏ ਨੇ, ਜਿਹਦੇ ਚੋਂ ਬਹੁਤੇ ਪੰਜਾਬੀ ਨੇ, ਔਰ 444 ਕਿਲੋ ਦੇ ਤਕਰੀਬਨ ਕੋਕੀਨ ਫੜੀ ਗਈ ਹੈ, 427 ਕਿਲੋ ਭੰਗ ਫੜੀ ਗਈ ਹੈ, ਔਰ 182 ਕਿਲੋ ਇੱਕ ਹੋਰ ਨਸ਼ਾ ਜਿਹੜਾ ਉਹ ਫੜਿਆ ਗਿਆ ਉਹਨਾਂ ਦੇ ਕੋਲੋਂ। ਸੋ ਗੱਲ ਇਹ ਹੈ, ਅਸੀਂ ਇਹ ਭੁੱਲ ਜਾਂਦੇ ਆ ਕਿ ਸਫਲਤਾ ਦਾ ਸ਼ਾਰਟਕਟ ਨਹੀਂ ਹੁੰਦਾ, ਅਮੀਰ ਬਣਨ ਦਾ ਸ਼ਾਰਟਕਟ ਨਹੀਂ ਹੁੰਦਾ। ਤੁਸੀਂ ਮਿਹਨਤ ਕਰੋ, ਤੁਸੀਂ ਮਿਹਨਤ ਦੇ ਨਾਲ ਕਿਸੇ ਮੁਕਾਮ ਤੇ ਪਹੁੰਚੋ, ਕਿਉਂਕਿ ਗਲਤ ਕੰਮ ਗਲਤ ਹੀ ਹੁੰਦਾ। ਉਹ ਅੱਜ ਨਾ ਫੜਿਆ ਜਾਊ ਤਾਂ ਕੱਲ ਨੂੰ ਫੜਿਆ ਜਾਊ, ਕੱਲ ਨਾ ਫੜਿਆ ਜਾਊ ਤਾਂ 6 ਮਹੀਨੇ ਠਹਿਰ ਕੇ ਫੜਿਆ ਜਾਊ, ਪਰ ਬੰਦਾ ਕਦੇ ਵੀ ਗਲਤ ਕੰਮ ਕਰਕੇ ਬਚਦਾ ਨਹੀਂ। ਤੇ ਮਿਹਨਤ ਜੇ ਅੱਜ ਨਹੀਂ ਰੰਗ ਲਿਆਉਣੀ ਤਾਂ ਕੱਲ ਨੂੰ ਲੈ ਕੇ ਆਊ, ਤੇ ਜੇਕਰ ਕੱਲ ਨੂੰ ਨਹੀਂ ਤਾਂ ਪਰਸੋਂ ਰੰਗ ਲੈ ਕੇ ਆਊ। ਇਹ ਗੱਲ ਪੱਕੀ ਆ ਜੀ। ਸੋ ਜਿਹੜੇ ਭੈਣਾ ਵੀਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਬਹੁਤ ਮਿਹਨਤ ਕਰਦੇ ਆ, ਜਿਨ੍ਹਾਂ ਨੇ ਆਪਣੇ ਘਰ ਦੀ ਗਰੀਬੀ ਵੀ ਕੱਢੀ ਆ, ਸੋਹਣੀ ਜ਼ਿੰਦਗੀ ਵੀ ਬਸਰ ਕਰਦੇ ਤੇ ਆਪਦੇ ਪਿੰਡ ਬਾਰੇ, ਆਪਣਿਆਂ ਦੇ ਬਾਰੇ ਸੋਚਦੇ ਆ, ਉਹਨਾਂ ਸਾਰਿਆਂ ਨੂੰ ਸਲਾਮ ਕਰਨੀ ਬਣਦੀ ਆ। ਪਰ ਇਹੋ ਜਿਹੇ ਕੁਝ ਕੁ ਚੱਕਵੇਂ ਚੁੱਲ੍ਹੇ ਜਿਹੜੇ ਕਿ ਖਬਰਾਂ ਦੇ ਵਿੱਚ ਆਉਂਦੇ ਨਸ਼ਿਆਂ ਦੇ ਕਰਕੇ, ਉਹ ਤਾਂ ਇੱਧਰ ਵੀ ਇਹੋ ਜਿਹੇ ਕੜੀ ਘੋਲਦੇ ਆ ਤੇ ਬਾਹਰ ਜਾ ਕੇ ਵੀ। ਗੱਲ ਇਹ ਹੈ ਨਾ ਕਿ ਮੈਨੂੰ ਇਹ ਲੱਗਦਾ ਕਿ ਕੱਲੇ ਬੰਦੇ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਟਾਣਾ ਸਾਹਿਬ, ਕਿ ਜੋ ਮੈਂ ਕਰ ਰਿਹਾ ਹਾਂ ਇਹਦੇ ਨਾਲ ਜਿਹੜੇ ਪਿੱਛੇ ਬੈਠੇ ਨੇ, ਕੀ ਉਹਨਾਂ ਦੇ ਦਰਵਾਜ਼ੇ ਤਾਂ ਨਹੀਂ ਬੰਦ ਹੋ ਰਹੇ, ਕਿ ਉਹਨਾਂ ਦੇ ਲਈ ਮੈਂ ਕੋਈ ਟੋਆ ਤਾਂ ਨਹੀਂ ਪੁੱਟਦਾ ਪਿਆ। ਅਸੀਂ ਇਹ ਭੁੱਲ ਜਾਂਦੇ, ਅਸੀਂ ਕਹਿੰਦੇ ਮੈਂ ਪਹੁੰਚ ਗਿਆ, ਠੀਕ ਆ, ਜਿੱਦਾਂ ਡਾਲਰ ਆਉਂਦੇ ਆ ਮੈਂ ਕਮਾ ਲੈਣਾ, ਹਨਾ। ਪਰ ਮਿਹਨਤ ਦੇ ਨਾਲ ਕੀਤੀ ਹੋਈ ਕਮਾਈ ਹੀ ਰੰਗ ਲੈ ਕੇ ਆਉਂਦੀ ਹੈ। ਜਿਹੜੇ ਲੋਕ ਦਿਨ ਰਾਤ ਇੱਕ ਕਰਕੇ ਆਪਣੀਆਂ ਸ਼ਿਫਟਾਂ ਲਾ ਕੇ ਤੇ ਉਸ ਮੁਲਕ ਦੇ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ, ਜੋ ਵੀ ਨਿਯਮ ਨੇ, ਉਹਨਾਂ ਦੀ ਪਾਲਣਾ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਰ ਬਸਰ ਕਰਦੇ ਨੇ, ਉਹ ਸਾਰੇ ਲੋਕਾਂ ਨੂੰ ਸਲਾਮ ਹੈ। ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਵੀ ਜੇਕਰ ਮੰਨ ਲਓ ਮੇਰੇ ਵਿੱਚ ਐਬ ਆ, ਬਹੁਤ ਸਾਰੇ ਐਬ ਹਰ ਬੰਦੇ ਦੇ ਵਿੱਚ ਆ, ਤੇ ਮੈਂ ਜੋ ਮਰਜ਼ੀ ਕਰਕੇ ਤੇ ਬਾਹਰਲੇ ਮੁਲਕ ਦੇ ਵਿੱਚ ਪਹੁੰਚ ਜਾ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਮੈਂ ਬਾਹਰਲੇ ਮੁਲਕ ਦੇ ਵਿੱਚ ਪਹੁੰਚ ਗਿਆ ਤਾਂ ਆਪਦੀਆਂ ਗੰਦੀਆਂ ਆਦਤਾਂ ਇੱਥੇ ਛੱਡੂੰਗਾ, ਉਹ ਵੀ ਨਾਲ ਲੈ ਕੇ ਜਾਊਂਗਾ। ਪਰ ਚਾਹੀਦਾ ਇਹ ਆ ਵੀ ਅਸੀਂ ਜਦੋਂ ਚੰਗੇ ਦੇਸ਼ ਦੇ ਵੱਲ ਗਏ ਆ, ਦੇਸ਼ ਸਾਡਾ ਵੀ ਨਹੀਂ ਮਾੜਾ, ਇੱਥੋਂ ਦੇ ਪ੍ਰਬੰਧਕਾਂ ਨੇ ਮਾੜਾ ਕਰਤਾ। ਤੇ ਇਦਾਂ ਦੇ ਕੰਮ ਕਰਕੇ ਤਾਂ ਪਹਿਲਾਂ ਅਸੀਂ ਆਪਣੇ ਮੁਲਕ ਨੂੰ ਬਦਨਾਮ ਕੀਤਾ ਹੈ। ਦੇਸ਼ ਤਾਂ ਕਿਤੇ ਵੀ ਮਾੜਾ ਨਹੀਂ ਸੀ। ਦੇਸ਼ ਦੇ ਅਸੀਂ ਇੱਥੋਂ ਦੇ ਸਿਸਟਮ ਤੋਂ, ਇੱਥੋਂ ਦੇ ਜਿਹੜੇ ਲੋਕ ਨੇ ਹੰਕਾਰੇ ਹੋਏ, ਉਹਨਾਂ ਤੋਂ ਭੱਜਦੇ ਤਾਂ ਉੱਧਰ ਗਏ ਆ। ਤੇ ਉੱਥੋਂ ਦੇ ਸਿਸਟਮ ਨੂੰ ਅਸੀਂ ਵਿਗਾੜਨ ਦੇ ਵਿੱਚ ਯੋਗਦਾਨ ਪਾਉਨੇ ਆ। ਬਾਹਰ ਜਾ ਕੇ ਵੀ ਸਾਡੀਆਂ ਉਹੀ ਪਾਰਟੀਬਾਜ਼ੀਆਂ, ਬਾਹਰ ਜਾ ਕੇ ਵੀ ਸਾਡੇ ਉਹੀ ਧੰਦੇ। ਸੋ ਮਾੜੀ ਗੱਲ ਆ, ਇਹਦੇ ਨਾਲ ਸਾਡੇ ਇੱਥੇ ਬੈਠੇ ਲੋਕਾਂ ਦੇ ਮਨ ਦੇ ਉੱਤੇ ਵੀ ਸੱਟ ਵੱਜਦੀ ਹੈ, ਤੇ ਜਿਹੜੇ ਦੇਸ਼ ਦੇ ਵਿੱਚੋਂ ਖਬਰਾਂ ਆਉਂਦੀਆਂ ਉੱਥੇ ਵਸਦੇ ਸਾਰੇ ਪੰਜਾਬੀਆਂ ਦੇ ਮਨ ਦੇ ਉੱਤੇ ਵੀ। ਬਿਲਕੁਲ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ, ਜੇਕਰ ਸਾਨੂੰ ਸਾਡੇ ਹੱਕਾਂ ਦੇ ਬਾਰੇ ਚ ਪਤਾ ਹੈ ਨਾ ਵੀ ਸਰਕਾਰਾਂ ਨੂੰ ਇਉਂ ਕਰਨਾ ਚਾਹੀਦਾ, ਇਉਂ ਕਰਨਾ ਚਾਹੀਦਾ ਹੈ, ਤੇ ਆਪਣੇ ਫਰਜ਼ ਵੀ ਪਛਾਣਨੇ ਪੈਣਗੇ। ਦੋਵੇਂ ਨਾਲ ਹੀ ਚੱਲਦੇ ਹੁੰਦੇ ਆ। ਸੋ ਬਾਕੀ ਫਿਲਹਾਲ ਦੇ ਲਈ ਇੱਥੇ ਪ੍ਰੋਗਰਾਮ ਨੂੰ ਅਸੀਂ ਸਮੇਟਦੇ ਹਾਂ ਜੀ। ਪਰ ਨਾ ਮੇਰੇ ਮਨ ਦੇ ਵਿੱਚ ਇੱਕ ਹੋਰ ਗੱਲ ਆਈ ਜੀ, ਬਈ ਵੈਸੇ ਪੰਜਾਬੀ ਦੇ ਸ਼ਬਦ ਆਪਾਂ ਕਦੇ ਸਾਂਝੇ ਕਰਦੇ ਵੀ ਇਹਦਾ ਕੀ ਅਰਥ ਆ ਜੀ। ਝੋਰਾ ਕੀ ਹੁੰਦਾ? ਠੀਕ ਹੈ, ਆਪਾਂ ਕਹਿੰਦੇ ਵੀ ਝੋਰਾ ਲਾ ਲਿਆ। ਹਾਂ, ਝੋਰਾ ਕੀ ਹੁੰਦਾ? ਜੀ। ਮੈਨੂੰ ਇੱਕ ਸੱਜਣ ਨੇ ਕਿਹਾ ਜੀ ਕਿ ਤੁਸੀਂ ਕਦੇ ਕਦਾਈ ਨਾ ਇਦਾਂ ਦੇ ਪੁੱਛ ਲਿਆ ਕਰੋ, ਜੀ ਜ਼ਰੂਰ, ਤਾਂ ਜੋ ਦਰਸ਼ਕਾਂ ਦੇ ਵੱਲੋਂ ਆਪਣੀ ਟਿੱਪਣੀ ਕੀਤੀ ਜਾਵੇ। ਤੇ ਬੇਨਤੀ ਹੈ ਵੀ ਪੰਜਾਬੀ ਦੇ ਵਿੱਚ ਕਰਿਓ ਟਿੱਪਣੀ ਜੀ, ਤੇ ਦੱਸ ਦਿਓ ਫਿਰ ਝੋਰਾ ਕੀ ਹੁੰਦਾ ਹੈ। ਤੇ ਬਾਕੀ ਫਿਰ ਹੁਣ ਅਸੀਂ ਚੱਲਦੇ ਹਾਂ ਜੀ, ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।